ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਚੈਪਟਰ ਨੰਬਰ 6 ਆਫ ਇੰਡੀਅਨ ਐਵੀਡੈਂਸ ਐਕਟ 1872। ਚੈਪਟਰ ਨੰਬਰ 6 ਆਫ ਇੰਡੀਅਨ ਐਵੀਡੈਂਸ ਐਕਟ 1872 ਡੀਲ ਕਰਦਾ ਹੈ ਕਿ ਕਦੋਂ ਔਰਲ ਐਵੀਡੈਂਸ ਨੂੰ ਡਾਕੂਮੈਂਟਰੀ ਐਵੀਡੈਂਸ ਦੇ ਨਾਲ ਅਸੀਂ ਐਕਸਕਲੂਡ ਕਰ ਸਕਦੇ ਹਾਂ, ਕਿ ਕਦੋਂ ਡਾਕੂਮੈਂਟਰੀ ਐਵੀਡੈਂਸ ਦੀ ਮਾਨਤਾ ਨਾਰਮਲੀ ਡਾਕੂਮੈਂਟਰੀ ਐਵੀਡੈਂਸ ਦੀ ਮਾਨਤਾ ਔਰਲ ਐਵੀਡੈਂਸ ਦੇ ਕੰਪੈਰੀਟਿਵਲੀ ਜ਼ਿਆਦਾ ਹੀ ਹੁੰਦੀ ਹੈ। ਅਸੀਂ ਜਦੋਂ ਡਾਕੂਮੈਂਟਰੀ ਐਵੀਡੈਂਸ ਨੂੰ ਸ਼ੁਰੂ ਹੀ ਕੀਤਾ ਸੀ ਤਾਂ ਉਸ ਟਾਈਮ ਦੇ ਉੱਤੇ ਅਸੀਂ ਇਹ ਡਿਸਕਸ਼ਨ ਕੀਤੀ ਸੀ ਕਿ ਕੰਟੈਂਟਸ ਆਫ ਦੀ ਡਾਕੂਮੈਂਟ should be proved by producing the particular document in the court of law। ਅੱਜ ਅਸੀਂ ਇਸ ਲੈਕਚਰ ਦੇ ਵਿੱਚ ਸੈਕਸ਼ਨ ਨੰਬਰ 91 ਤੇ ਸੈਕਸ਼ਨ ਨੰਬਰ 92 ਦੀ ਡਿਸਕਸ਼ਨ ਕਰਾਂਗੇ। ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਸੈਕਸ਼ਨ 91 ਤੇ 92 ਦੀ ਬੇਅਰ ਲੈਂਗੁਏਜ ਪੜ੍ਹਾਉਣੀ ਸ਼ੁਰੂ ਕਰਾਂ, ਮੇਰੇ ਲਈ ਇਹ ਬੜੀ ਗੱਲ ਜ਼ਰੂਰੀ ਹੈ ਕਿ ਮੈਂ ਤੁਹਾਨੂੰ ਸੈਕਸ਼ਨ 91 ਤੇ 92 ਦੇ ਵਿੱਚ ਇੱਕ ਬੇਸਿਕ ਡਿਫਰੈਂਸ ਦੱਸ ਕੇ ਸ਼ੁਰੂ ਕਰਾਂ। ਸੈਕਸ਼ਨ 91 ਨੂੰ ਬੈਸਟ ਐਵੀਡੈਂਸ ਰੂਲ ਵੀ ਕਿਹਾ ਜਾਂਦਾ ਹੈ। ਸੈਕਸ਼ਨ ਨੰਬਰ 91 ਨੂੰ ਬੈਸਟ ਐਵੀਡੈਂਸ ਰੂਲ ਵੀ ਕਿਹਾ ਜਾਂਦਾ ਹੈ, ਜੋ ਕਿ ਇੱਕ ਗੱਲ ਦੀ ਪ੍ਰੋਵੀਜ਼ਨ ਲੇ ਡਾਊਨ ਕਰਦਾ ਹੈ ਕਿ ਜਦੋਂ ਕਿਸੇ ਕੰਟਰੈਕਟ ਦੀਆਂ ਟਰਮਸ ਇਨ ਰਾਈਟਿੰਗ ਰਿਡਿਊਸ ਹੋਈਆਂ ਨੇ, ਜਦੋਂ ਕਿਸੇ ਕੰਟਰੈਕਟ ਦੀਆਂ ਟਰਮਸ ਰਿਡਿਊਸ ਹੋਈਆਂ ਨੇ ਇਨ ਦੀ ਫਾਰਮ ਆਫ ਰਾਈਟਿੰਗ, ਉਸ ਟਾਈਮ ਦੇ ਉੱਤੇ ਉਸ ਰਾਈਟਿੰਗ ਨੂੰ ਕੋਰਟ ਦੇ ਵਿੱਚ ਪ੍ਰੋਡਿਊਸ ਕਰਨਾ ਜ਼ਰੂਰੀ ਆ। ਉਸ ਰਾਈਟਿੰਗ ਤੋਂ ਇਲਾਵਾ ਕਿਸੇ ਹੋਰ ਐਵੀਡੈਂਸ ਦੇ ਨਾਲ contents of the document cannot be proved। ਸੋ ਸੈਕਸ਼ਨ ਨੰਬਰ 91 ਦਾ ਅਗਰ ਆਪਾਂ ਕਰਕਸ ਕੱਢੀਏ ਤਾਂ ਕਰਕਸ ਦੇ ਵਿੱਚ ਇਹੀ ਆਂਦਾ ਹੈ ਕਿ when there is a contract, ਜਦੋਂ ਕੋਈ ਕੰਟਰੈਕਟ ਆ, ਅਗਰ ਕੰਟਰੈਕਟ ਦੀਆਂ ਟਰਮਸ ਅਸੀਂ ਰਿਡਿਊਸ ਕੀਤੀਆਂ ਵਾ ਇਨ ਦੀ ਫਾਰਮ ਆਫ ਰਾਈਟਿੰਗ, ਦੈਨ ਉਸ ਕੰਟਰੈਕਟ ਦੀਆਂ ਟਰਮਸ ਨੂੰ ਸਾਬਤ ਕਰਨ ਦੇ ਲਈ ਉਸ ਰਾਈਟਿੰਗ ਨੂੰ ਪ੍ਰੋਡਿਊਸ ਕਰਨਾ ਤੇ ਪ੍ਰੂਫ ਕਰਨਾ ਜ਼ਰੂਰੀ ਹੈ, ਤੇ ਹੋਰ ਕੋਈ ਐਵੀਡੈਂਸ ਐਡਮਿਸਿਬਲ ਨਹੀਂ ਹੋਏਗਾ। ਜਦਕਿ ਸੈਕਸ਼ਨ ਨੰਬਰ 92 ਦੇ ਵਿੱਚ ਇਹ ਗੱਲ ਦੱਸੀ ਆ ਕਿ ਜਦੋਂ ਕਿਸੇ ਕੰਟਰੈਕਟ ਦੀਆਂ ਗ੍ਰਾਂਟ ਦੀਆਂ ਜਾਂ ਡਿਸਪੋਜੀਸ਼ਨ ਆਫ ਪ੍ਰਾਪਰਟੀ ਦੀਆਂ ਜੋ ਟਰਮਸ ਨੇ, ਉਹਨੂੰ ਸੈਕਸ਼ਨ 91 ਦੀ ਮਦਦ ਦੇ ਨਾਲ ਅਸੀਂ ਪ੍ਰੂਫ ਕਰ ਦਿੱਤਾ ਏ, ਤੇ ਉਸ ਤੋਂ ਬਾਅਦ ਵਿੱਚ ਪਾਰਟੀਜ਼ ਟੂ ਦੀ ਕੰਟਰੈਕਟ ਨੂੰ ਤੇ ਜਾਂ ਉਹਨਾਂ ਦੇ ਲੀਗਲ ਰਿਪਰੈਜ਼ੈਂਟੇਟਿਵ ਨੂੰ ਉਸ ਕੰਟੈਂਟਸ ਆਫ ਡਾਕੂਮੈਂਟਸ ਨੂੰ ਐਕਸਕਲੂਡ ਕਰਨ ਦੇ ਲਈ, ਕੰਟਰਾਡਿਕਟ ਕਰਨ ਦੇ ਲਈ, ਵੈਰੀ ਕਰਨ ਦੇ ਲਈ ਪਰਮਿਸ਼ਨ ਨਹੀਂ ਦਿੱਤੀ ਜਾ ਸਕਦੀ। ਸੋ ਦਿਸ ਇਜ਼ ਦ ਬੇਸਿਕ ਡਿਫਰੈਂਸ ਬਿਟਵੀਨ ਸੈਕਸ਼ਨ ਨੰਬਰ 91 ਐਂਡ 92। ਹੁਣ ਅਸੀਂ ਸ਼ੁਰੂ ਕਰਦੇ ਹਾਂ that what is contained in section number 91 of Indian Evidence Act 1872। ਮੈਂ ਰਿਪੀਟ ਕਰ ਦਿੰਦਾ ਕਿ ਸੈਕਸ਼ਨ ਨੰਬਰ 91 ਨੂੰ ਬੈਸਟ ਐਵੀਡੈਂਸ ਰੂਲ ਵੀ ਕਿਹਾ ਜਾਂਦਾ ਹੈ। ਵਾਈ ਇਟ ਇਜ਼ ਸੈਡ ਟੂ ਬੀ ਦ ਬੈਸਟ ਐਵੀਡੈਂਸ ਰੂਲ? ਕਿਉਂਕਿ ਸੈਕਸ਼ਨ 91 ਦੇ ਵਿੱਚ ਇਹ ਗੱਲ ਕਹੀ ਆ ਕਿ ਜਦੋਂ ਕਿਸੇ ਕੰਟਰੈਕਟ, ਗ੍ਰਾਂਟ ਜਾਂ ਡਿਸਪੋਜੀਸ਼ਨ ਆਫ ਪ੍ਰਾਪਰਟੀ ਦੀਆਂ ਟਰਮਸ ਇੱਕ ਡਾਕੂਮੈਂਟ ਦੀ ਫਾਰਮ ਦੇ ਵਿੱਚ, ਇੱਕ ਰਾਈਟਿੰਗ ਦੇ ਵਿੱਚ ਰਿਡਿਊਸ ਹੋਈਆਂ ਨੇ, ਉਸ ਟਾਈਮ ਦੇ ਉੱਤੇ ਹੋਰ ਕੋਈ ਐਵੀਡੈਂਸ ਨਹੀਂ ਚੱਲਣਾ ਉਸ ਕੰਟਰੈਕਟ ਨੂੰ ਸਾਬਤ ਕਰਨ ਦੇ ਲਈ, ਤਾਂ ਸਾਨੂੰ ਸਿਰਫ ਤੇ ਸਿਰਫ ਉਸ ਡਾਕੂਮੈਂਟ ਦੀ ਮਦਦ ਦੇ ਨਾਲ ਤੇ ਜਾਂ ਉਸ ਡਾਕੂਮੈਂਟ ਦੀ ਸੈਕੰਡਰੀ ਐਵੀਡੈਂਸ ਦੇ ਨਾਲ ਹੀ ਉਸ ਡਾਕੂਮੈਂਟ ਨੂੰ ਸਾਬਤ ਕਰ ਸਕਦੇ ਹਾਂ। ਆਓ ਜੀ ਸ਼ੁਰੂ ਕਰਦੇ ਹਾਂ ਸੈਕਸ਼ਨ ਨੰਬਰ 91। ਐਵੀਡੈਂਸ ਆਫ ਟਰਮਸ ਆਫ ਕੰਟਰੈਕਟ, ਗ੍ਰਾਂਟ and other disposition of property reduced to the form of document। तो सेक्शन नंबर 91 डील करता है कि अगर किसी कॉन्ट्रैक्ट ਦੀਆਂ ਟਰਮਸ ਦੀ ਐਵੀਡੈਂਸ ਦੇਣੀ ਹੈ, ਅਗਰ ਕਿਸੇ ਗ੍ਰਾਂਟ ਦੀਆਂ ਟਰਮਸ ਦੀ ਐਵੀਡੈਂਸ ਦੇਣੀ ਹੈ, ਅਗਰ ਕਿਸੇ ਪ੍ਰਾਪਰਟੀ ਦੀ ਡਿਸਪੋਜੀਸ਼ਨ ਦੇ ਰਿਗਾਰਡਿੰਗਲੀ ਅਸੀਂ ਐਵੀਡੈਂਸ ਦੇਣੀ ਹੈ, ਜਿਸ ਨੂੰ ਡਾਕੂਮੈਂਟ ਦੀ ਫਾਰਮ ਦੇ ਵਿੱਚ ਰਿਡਿਊਸ ਕੀਤਾ ਹੈ, ਤੇ ਉਸ ਦਾ ਐਵੀਡੈਂਸ ਕਿੱਦਾਂ ਦਿੱਤਾ ਜਾਊਗਾ? Evidence of terms of contract, grant and other disposition of property which is reduced to the form of document। तो की लिखा है जी? When the terms of a document, ਜਦੋਂ ਕਿਸੇ contract ਦੀਆਂ terms, or when the terms of a grant, ਤੇ ਜਾਂ ਕਿਸੇ grant ਦੀਆਂ terms
or when the terms of any other disposition of property, it may be movable property or it may be immovable property, when the terms of a contract or of grant or any other disposition of property have been reduced to the form of a document, ਇਹਨਾਂ ਨੂੰ ਡਾਕੂਮੈਂਟ ਦੀ ਫਾਰਮ ਦੇ ਵਿੱਚ ਰਿਡਿਊਸ ਇਨ ਰਾਈਟਿੰਗ ਕੀਤਾ ਗਿਆ ਹੈ। ਪਹਿਲੇ ਨੰਬਰ ਦੇ ਉੱਤੇ ਜਦੋਂ ਕਿਸੇ ਕੰਟਰੈਕਟ ਨੂੰ, ਗ੍ਰਾਂਟ ਨੂੰ ਜਾਂ ਡਿਸਪੋਜੀਸ਼ਨ ਆਫ ਪ੍ਰਾਪਰਟੀ ਦੀਆਂ ਟਰਮਸ ਨੂੰ ਇੱਕ ਡਾਕੂਮੈਂਟ ਦੀ ਫਾਰਮ ਦੇ ਵਿੱਚ ਇਨ ਰਾਈਟਿੰਗ ਰਿਡਿਊਸ ਕੀਤਾ। ਤੇ ਦੂਸਰੇ ਨੰਬਰ ਦੇ ਉੱਤੇ ਉਹ ਸਾਰੇ ਕੇਸਿਸ ਜਿਹਦੇ ਵਿੱਚ ਕਿਸੇ ਮੈਟਰ ਨੂੰ ਕਾਨੂੰਨ ਦੇ ਦੁਆਰਾ ਇਹ ਕੰਪਲਸਰੀ ਕੀਤਾ ਹੈ ਕਿ ਉਸ ਨੂੰ ਡਾਕੂਮੈਂਟ ਦੀ ਫਾਰਮ ਦੇ ਵਿੱਚ ਰਿਡਿਊਸ ਕਰਨਾ ਹੈ। ਐਂਡ ਇਨ ਆਲ ਕੇਸਿਸ in which the any matter is required by law to be reduced to the form of a document। ਤੇ ਉਹਨਾਂ ਸਾਰੇ ਕੇਸਿਸ ਦੇ ਵਿੱਚ ਜਿਹਦੇ ਵਿੱਚ ਕਿਸੇ ਮੈਟਰ ਨੂੰ ਕਾਨੂੰਨ ਦੇ ਦੁਆਰਾ ਰਿਕੁਆਇਰ ਕੀਤਾ ਹੈ ਕਿ ਉਸ ਨੂੰ ਰਿਡਿਊਸ ਕਰਨਾ ਹੈ ਡਾਕੂਮੈਂਟ ਦੀ ਫਾਰਮ ਦੇ ਵਿੱਚ, ਇਹਨਾਂ ਸਾਰੇ ਕੇਸਿਸ ਦੇ ਵਿੱਚ no other evidence shall be given, ਕੋਈ ਵੀ ਹੋਰ ਐਵੀਡੈਂਸ ਨਹੀਂ ਦਿੱਤਾ ਜਾ ਸਕਦਾ in proof of the terms of such contract, grant or other disposition of property or of any such matter। ठीक है जी, तो होर कोई एविडेंस नहीं दिता जा सकता, पर एविडेंस फिर दिता केड़ा जा सकता except the document itself। तो कहने का मतलब अगर किसी कॉन्ट्रैक्ट, ग्रांट या डिस्पोजिशन ऑफ प्रॉपर्टी दी टर्म्स ਨੂੰ ਰਾਈਟਿੰਗ ਦੇ ਵਿੱਚ ਫਾਰਮ ਕੀਤਾ ਹੈ ਤੇ ਜਾਂ ਅਗਰ ਕਿਸੇ ਮੈਟਰ ਨੂੰ ਡਾਕੂਮੈਂਟ ਦੀ ਫਾਰਮ ਦੇ ਵਿੱਚ ਕਾਨੂੰਨ ਦੇ ਦੁਆਰਾ ਕੰਪਲਸਰੀ ਕੀਤਾ ਹੈ ਕਿ ਉਹਨੂੰ ਰਾਈਟਿੰਗ ਦੀ ਫਾਰਮ ਦੇ ਵਿੱਚ ਹੀ ਤੁਸੀਂ ਉਤਾਰਨਾ ਹੈ, ਤੇ ਉਸ ਕੰਟਰੈਕਟ, ਗ੍ਰਾਂਟ ਜਾਂ ਡਿਸਪੋਜੀਸ਼ਨ ਆਫ ਪ੍ਰਾਪਰਟੀ ਦੀ ਕੋਈ ਹੋਰ ਐਵੀਡੈਂਸ ਨਹੀਂ ਦਿੱਤੀ ਜਾ ਸਕਦੀ। ਐਵੀਡੈਂਸ ਸਿਰਫ ਤੇ ਸਿਰਫ ਉਹਦੇ ਓਰੀਜਨਲ ਡਾਕੂਮੈਂਟ ਦੀ ਹੀ ਦਿੱਤੀ ਜਾ ਸਕਦੀ ਹੈ। ਐਂਡ ਇਫ ਦੀ ਓਰੀਜਨਲ ਡਾਕੂਮੈਂਟ ਇਜ਼ ਨਾਟ ਅਵੇਲੇਬਲ, ਫਿਰ ਸੈਕੰਡਰੀ ਐਵੀਡੈਂਸ ਦੀ ਐਵੀਡੈਂਸ ਦਿੱਤੀ ਜਾ ਸਕਦੀ ਆ, ਜਿਸ ਤਰੀਕੇ ਨਾਲ ਆਪਾਂ ਸੈਕਸ਼ਨ ਨੰਬਰ 65 ਤੇ ਸੈਕਸ਼ਨ 66 ਦੇ ਵਿੱਚ ਅਸੀਂ ਪੜਿਆ ਸੀ। ਔਰ ਸੈਕੰਡਰੀ ਐਵੀਡੈਂਸ ਆਫ ਇਟਸ ਕੰਟੈਂਟ ਇਨ ਕੇਸਿਸ, ਉਹਨਾਂ ਕੇਸਿਸ ਦੇ ਵਿੱਚ ਇਨ ਵਿਚ ਸੈਕੰਡਰੀ ਐਵੀਡੈਂਸ ਇਜ਼ ਐਡਮਿਸਿਬਲ ਅੰਡਰ ਦੀ ਪ੍ਰੋਵੀਜ਼ਨ ਹੇਅਰ ਇਨ ਬਿਫੋਰ ਕੰਟੇਨਡ। तो हेयर इन बिफोर पहला आप की पढ़िया ही सैक्शन नंबर 65 ਦੇ ਵਿੱਚ ਅਸੀਂ ਪੜਿਆ ਹੀ that what are those cases in which secondary evidence of the original can be permitted। ਤੇ ਸੈਕਸ਼ਨ 66 ਦੇ ਵਿੱਚ ਅਸੀਂ ਨੋਟਿਸ ਟੂ ਪ੍ਰੋਡਿਊਸ ਪੜਿਆ ਸੀ। तो कहने का मतलब ये आ, मैं रिपीट कर देना कि ਜਦੋਂ ਕਿਸੇ ਕੰਟਰੈਕਟ, ਗ੍ਰਾਂਟ ਔਰ ਅਦਰ ਡਿਸਪੋਜੀਸ਼ਨ ਆਫ ਪ੍ਰਾਪਰਟੀ ਦੀਆਂ ਟਰਮਸ ਨੂੰ ਕਿਸੇ ਡਾਕੂਮੈਂਟ ਦੀ ਫਾਰਮ ਦੇ ਵਿੱਚ ਰਿਡਿਊਸ ਕੀਤਾ ਗਿਆ, ਤੇ ਉਹਨਾਂ ਸਾਰੇ ਕੇਸਿਸ ਦੇ ਵਿੱਚ ਜਿੱਥੇ ਲਾਅ ਦੇ ਦੁਆਰਾ ਇਹ ਰਿਕੁਆਇਰ ਕੀਤਾ ਗਿਆ ਹੈ ਕਿ ਕਿਸੇ ਮੈਟਰ ਨੂੰ ਡਾਕੂਮੈਂਟ ਦੀ ਫਾਰਮ ਦੇ ਵਿੱਚ ਰਿਡਿਊਸ ਕਰਨਾ ਹੈ, ਤੇ ਉਸ ਟਾਈਮ ਦੇ ਵਿੱਚ ਕੋਈ ਹੋਰ ਐਵੀਡੈਂਸ ਉਸ ਟਰਮਸ ਨੂੰ ਸਾਬਤ ਕਰਨ ਦੇ ਲਈ ਨਹੀਂ ਦਿੱਤਾ ਜਾ ਸਕਦਾ। ਜੇ ਐਵੀਡੈਂਸ ਦੇਣਾ ਵਾ ਜਾਂ ਡਾਕੂਮੈਂਟ ਪ੍ਰੋਡਿਊਸ ਕਰੋ ਤੇ ਜਾਂ ਸੈਕੰਡਰੀ ਐਵੀਡੈਂਸ ਉਹਦੇ ਕੰਟੈਂਟ ਦੀ ਪੇਸ਼ ਕਰੋ। ਉਹਨਾਂ ਕੇਸਿਸ ਦੇ ਵਿੱਚ ਜਿੱਥੇ ਸੈਕੰਡਰੀ ਐਵੀਡੈਂਸ ਪਿਛਲੀਆਂ ਲਿਖੀਆਂ ਗਈਆਂ ਪ੍ਰੋਵੀਜ਼ਨਸ ਦੇ ਵਿੱਚ ਐਡਮਿਸਿਬਲ ਹੁੰਦੀ ਆ, ਤੇ ਪਿਛਲੀਆਂ ਲਿਖੀਆਂ ਗਈਆਂ ਪ੍ਰੋਵੀਜ਼ਨਸ ਦੇ ਵਿੱਚ ਸੈਕੰਡਰੀ ਐਵੀਡੈਂਸ ਕਿੱਥੇ ਐਡਮਿਸਿਬਲ ਹੋਈ? ਸੈਕਸ਼ਨ ਨੰਬਰ 65 ਐਂਡ ਸੈਕਸ਼ਨ ਨੰਬਰ 66 ਦੇ ਵਿੱਚ। ਸੋ ਇੱਕ ਵਾਰ ਮੈਂ ਰਿਪੀਟ ਕਰ ਦਿੰਦਾ ਬੇਅਰ ਲੈਂਗੁਏਜ ਨੂੰ। when the terms of a contract or of a grant or any other disposition of property have been reduced to the form of a document, and in all cases in which any matter is required by law to be reduced to the form of a document, no evidence shall be given in proof of the terms of such contract, grant or other disposition of property or of such matter except the document itself or secondary evidence of its contents in cases in which secondary evidence is admissible under the provisions hereinbefore contained। So this is something about the first paragraph of section number 91। ठीक है जी, उस तो बाद विच ਅਸੀਂ ਸੈਕਸ਼ਨ ਨੰਬਰ 91 ਦੀਆਂ ਕੁਝ ਐਕਸੈਪਸ਼ਨਸ ਦੇ ਬਾਰੇ ਪੜ੍ਹਦੇ ਹਾਂ, ਜਿੱਥੇ ਇਹ ਜੋ ਜਨਰਲ ਰੂਲ ਆ ਓਰੀਜਨਲ ਡਾਕੂਮੈਂਟ ਨੂੰ ਪੇਸ਼ ਕਰਨ ਦਾ ਅਪਲਾਈ ਨਹੀਂ ਹੋਏਗਾ। तो सब तो पहली एक्सैप्शन हैगी आ कि जदों किसी पब्लिक ऑफिसर नूं कानून के द्वारा रिक्वायर किया गया है कि उसकी अपॉइंटमेंट इन राइटिंग होनी है। जिस तरीके ना अगर आप IAS ऑफिसर की गल करिए या किसी जज की गल करिए या कोई होर पब्लिक ऑफिसर की जिन्हों की अपॉइंटमेंट हमेशा राइटिंग के होंगी है। नॉर्मली सारे पब्लिक ऑफिसर की जो अपॉइंटमेंट होंगी है वो एक राइटिंग के थ्रू ही होंगी है। ਤੇ ਅਗਰ ਪਤਾ ਲੱਗਦਾ ਪਿਆ ਹੈ ਕਿ ਇੱਕ ਪਾਰਟਿਕੂਲਰ ਵਿਅਕਤੀ ਉਸ ਆਫਿਸਰ ਦੀ ਪੋਸਟ ਦੇ ਉੱਤੇ ਆਪਣਾ ਕੰਮ ਕਰ ਰਿਹਾ ਹੈ, and when it is shown that any particular person has acted as such officer,
The writing by which he is appointed need not be proved. For example ਦੇ ਤੌਰ ਦੇ ਉੱਤੇ ਕਿਸੇ ਕੋਰਟ ਦੇ ਵਿੱਚ ਕਿਸੇ ਡੀਡੀਪੀਓ ਦੀ ਐਵੀਡੈਂਸ ਹੈਗੀ ਆ। ਡੀਡੀਪੀਓ ਇਜ਼ ਅ ਪਬਲਿਕ ਆਫੀਸਰ ਜਿਹਦੀ ਅਪਾਇੰਟਮੈਂਟ ਹਮੇਸ਼ਾ ਰਾਈਟਿੰਗ ਦੇ ਥਰੂ ਹੀ ਹੁੰਦੀ ਹੈ। ਤੇ ਅਗਰ ਇਹ ਪਤਾ ਲੱਗਦਾ ਹੈ ਕਿ ਇੱਕ ਪਾਰਟਿਕੂਲਰ ਪਰਸਨ ਐਜ਼ ਡੀਡੀਪੀਓ ਦੇ ਤੌਰ ਦੇ ਉੱਤੇ ਕੰਮ ਕਰਦਾ ਪਿਆ ਹੈ, ਤੇ ਕੋਰਟ ਇਹ ਨਹੀਂ ਕਹੂਗੀ ਕਿ ਉਸ ਰਾਈਟਿੰਗ ਨੂੰ ਲੈ ਕੇ ਆਓ ਜਿਸ ਰਾਈਟਿੰਗ ਦੇ ਰਾਹੀਂ ਤੁਹਾਨੂੰ ਅਪਾਇੰਟ ਕੀਤਾ ਗਿਆ ਵਾ ਐਜ਼ ਡੀਡੀਪੀਓ। ਸੋ ਦਿਸ ਇਜ਼ ਦੀ ਐਕਸੈਪਸ਼ਨ ਨੰਬਰ 1, when a public officer is required by law to be appointed in writing, and when it is shown that any particular person has acted as such officer, then the writing by which he is appointed need not be produced, proof, sorry। ਹੁਣ ਦੂਸਰੀ ਗੱਲ ਕਰਦੇ ਹਾਂ, ਅਗਰ ਕੋਈ will ਪ੍ਰੋਬੇਟ ਦੀ ਪ੍ਰੋਸੀਡਿੰਗਸ ਦੇ ਵਿੱਚ ਐਡਮਿਟਡ ਹੋਗੀ ਇਨ ਇੰਡੀਆ, ਉਸ ਨੂੰ ਪ੍ਰੋਬੇਟ ਦੀ ਮਦਦ ਦੇ ਨਾਲ ਹੀ ਪ੍ਰੂਫ ਕੀਤਾ ਜਾ ਸਕਦਾ ਹੈ। ਹੁਣ ਕੁਐਸਚਨ ਅਰਾਈਜ਼ ਹੁੰਦਾ ਹੈ, ਐਕਸੈਪਸ਼ਨ ਨੰਬਰ 2 ਦੀ ਥੋੜੀ ਜਿਹੀ ਐਕਸਪਲੇਨੇਸ਼ਨ ਮੈਨੂੰ ਦੱਸਣੀ ਪੈਣੀ ਹੈ ਕਿ ਜਦੋਂ ਕੋਈ ਪ੍ਰੋਬੇਟ ਆਬਟੇਨ ਕੀਤੀ ਜਾਂਦੀ ਹੈ ਔਨ ਦ ਬੇਸਿਸ ਆਫ ਵਿਲ, ਕੋਰਟ ਨੇ ਡਿਸੀਜਨ ਦਿੱਤਾ ਕਿ ਸੱਚਮੁੱਚ ਇਹ ਵਿਲ ਐਗਜ਼ੀਕਿਊਟ ਹੋਈ ਸੀ, ਐਂਡ ਆਫਟਰਵਰਡ ਕੁਐਸਚਨ ਅਰਾਈਜ਼ਸ ਅਬਾਊਟ ਦੀ ਐਗਜ਼ਿਸਟੈਂਸ ਆਫ ਡੈਟ ਵਿਲ, ਕਿ ਉਹ ਵਿਲ ਬਣੀ ਜਾਂ ਨਹੀਂ ਬਣੀ। ਤੇ ਅਗਰ ਕੋਈ ਵਿਅਕਤੀ ਸਿਰਫ ਤੇ ਸਿਰਫ ਪ੍ਰੋਬੇਟ ਦੀ ਕਾਪੀ ਹੀ ਕੋਰਟ ਦੇ ਵਿੱਚ ਪੇਸ਼ ਕਰ ਦਵੇ, that is more than sufficient. The mere production of the probate will prove the existence of the will, and the original will need not be produced. ਗੱਲ ਅੱਗੇ ਸਮਝੀ। तो probate ਦਾ ਮਤਲਬ ਕੀ ਆ? The word probate means the copy of a will which is certified under the seal of a court of competent jurisdiction, ਜਿਹਦੇ ਵਿੱਚ ਕਿਸੇ ਵਿਅਕਤੀ ਨੂੰ ਸਟੇਟ ਦੀ ਐਡਮਿਨਿਸਟ੍ਰੇਸ਼ਨ ਦਾ ਅਧਿਕਾਰ ਮਿਲਦਾ ਹੈ। ਹੁਣ ਅਗਰ ਆਪਾਂ ਪ੍ਰੋਬੇਟ ਦੀ ਕਾਪੀ ਦੀ ਗੱਲ ਕਰੀਏ, ਟੈਕਨੀਕਲੀ ਤਾਂ ਇੱਕ ਸੈਕੰਡਰੀ ਐਵੀਡੈਂਸ ਹੈਗੀ ਆ, ਕਿਉਂਕਿ ਓਰੀਜਨਲ ਵਿਲ ਕੋਈ ਹੋਰ ਹੋ ਸਕਦੀ ਹੈ। तो probate एक secondary evidence है, but it is considered to be more valuable in comparison to the original will, क्योंकि कोर्ट ने पूरी एविडेंस रिकॉर्ड करन तो बाद विच probate दी कापी इशू की जाती है। तो कहने का मतलब एक्सैप्शन नंबर 2 ਦੇ ਵਿੱਚ ਕੀ ਆ ਕਿ ਅਗਰ ਵਿਲ ਕਿਸੇ probate ਦੀ ਪ੍ਰੋਸੀਡਿੰਗਸ ਵਿੱਚ ਐਡਮਿਟ ਹੋਈ ਹੈ ਕੋਰਟ ਦੇ ਵਿੱਚ ਇਨ ਇੰਡੀਆ, ਤੇ ਉਸ ਵਿਲ ਨੂੰ ਸਾਬਤ ਕਰਨ ਦੇ ਲਈ probate ਦੀ ਸਰਟੀਫਾਈਡ ਕਾਪੀ ਵੀ ਕੋਰਟ ਦੇ ਵਿੱਚ ਪ੍ਰੂਫ ਕੀਤੀ ਜਾ ਸਕਦੀ ਹੈ। ਸੋ ਦਿਸ ਇਜ਼ ਦੀ ਐਕਸੈਪਸ਼ਨ ਨੰਬਰ 2। ਹੁਣ ਅਸੀਂ ਐਕਸਪਲੇਨੇਸ਼ਨ ਨੰਬਰ 1 ਦੇ ਬਾਰੇ ਗੱਲ ਕਰਦੇ ਹਾਂ। ਸੈਕਸ਼ਨ ਨੰਬਰ 91 ਕਹਿਣ ਡਿਆ ਏ ਕਿ ਇਹ ਸੈਕਸ਼ਨ ਉਹਨਾਂ ਸਾਰੇ ਕੇਸਿਸ ਦੇ ਉੱਤੇ ਬਰਾਬਰ ਅਪਲਾਈ ਹੋਏਗਾ ਇਨ ਵਿਚ ਦਾ ਕੰਟਰੈਕਟ ਗ੍ਰਾਂਟ ਔਰ ਡਿਸਪੋਜੀਸ਼ਨ ਆਫ ਪ੍ਰਾਪਰਟੀ ਰੈਫਰ ਟੂ, ਮਤਲਬ ਜਿਹਨੂੰ ਸੈਕਸ਼ਨ ਨੰਬਰ 91 ਦੇ ਵਿੱਚ ਅਸੀਂ ਪੜ੍ਹਿਆ ਏ, ਆਰ ਕੰਟੇਨਡ ਇਨ ਵਨ ਡਾਕੂਮੈਂਟ ਐਂਡ ਟੂ ਕੇਸਿਸ ਇਨ ਵਿਚ ਦੇ ਆਰ ਕੰਟੇਨਡ ਇਨ ਮੋਰ ਦੈਨ ਵਨ ਡਾਕੂਮੈਂਟ। ਕਹਿਣ ਦਾ ਮਤਲਬ ਇਹ ਆ ਕਿ ਅਗਰ ਕਿਸੇ ਕੰਟਰੈਕਟ ਗ੍ਰਾਂਟ ਜਾਂ ਡਿਸਪੋਜੀਸ਼ਨ ਆਫ ਪ੍ਰਾਪਰਟੀ ਦੀਆਂ ਟਰਮ ਚਾਹੇ ਇੱਕ ਡਾਕੂਮੈਂਟ ਦੇ ਵਿੱਚ ਕੰਟੇਨ ਆ ਜਾਂ ਚਾਹੇ ਇੱਕ ਤੋਂ ਜ਼ਿਆਦਾ ਡਾਕੂਮੈਂਟ ਦੇ ਵਿੱਚ ਕੰਟੇਨ ਹੈਗੀਆਂ ਨੇ, ਸੈਕਸ਼ਨ ਨੰਬਰ 91 ਉੱਥੇ ਇਕੁਅਲੀ ਅਪਲਾਈ ਹੋਏਗਾ। ਕਹਿਣ ਦਾ ਮਤਲਬ ਯੂ ਹੈਵ ਟੂ ਪ੍ਰੋਡਿਊਸ ਦੀ ਡਾਕੂਮੈਂਟ। ਐਕਸਪਲੇਨੇਸ਼ਨ ਨੰਬਰ 2 ਕੀ ਕਹਿ ਰਿਹਾ ਏ ਕਿ ਅਗਰ ਮੰਨ ਲਓ ਇੱਕ ਤੋਂ ਜ਼ਿਆਦਾ ਓਰੀਜਨਲ ਬਣਾਏ ਗਏ ਆ, ਤੇ ਫਿਰ ਕੀ ਸਾਰੇ ਓਰੀਜਨਲ ਨੂੰ ਸਾਬਤ ਕਰਨਾ ਜ਼ਰੂਰੀ ਆ? ਆਨਸਰ ਹੈਗਾ ਨਹੀਂ। ਓਨਲੀ ਵਨ ਓਰੀਜਨਲ ਨੀਡ ਬੀ ਪ੍ਰੂਵਡ ਟੂ ਪ੍ਰੂਵ ਦੀ ਕੰਟੈਂਟਸ ਆਫ ਦੀ ਡਾਕੂਮੈਂਟ। ਸਾਰੇ ਦੇ ਸਾਰੇ ਓਰੀਜਨਲ ਡਾਕੂਮੈਂਟ ਨੂੰ ਸਾਬਤ ਕਰਨ ਦੀ ਲੋੜ ਨਹੀਂ ਹੈਗੀ। ਉਹ ਐਕਸਪਲੇਨੇਸ਼ਨ ਨੰਬਰ 3 ਕੀ ਕਹਿ ਰਹੀ ਆ? ਐਕਸਪਲੇਨੇਸ਼ਨ ਨੰਬਰ 3 ਕਹਿ ਰਹੀ ਆ, ਦ ਸਟੇਟਮੈਂਟ ਇਨ ਐਨੀ ਡਾਕੂਮੈਂਟ whatever of effect other than fact referred to in this section shall not preclude the admission of oral evidence as to the same fact। ਕਹਿਣ ਦਾ ਮਤਲਬ ਆ ਕਿ ਅਗਰ ਕੋਈ ਫੈਕਟ ਇੰਡੀਪੈਂਡੈਂਟ ਹੈਗਾ ਵਾ ਡਾਕੂਮੈਂਟ ਦੀਆਂ ਟਰਮਸ ਤੋਂ ਇਲਾਵਾ, ਕਹਿਣ ਦਾ ਮਤਲਬ ਇਫ ਐਨੀ ਫੈਕਟ ਹੈਜ਼ ਨਾਟ ਐਨੀ ਰਿਲੇਸ਼ਨ ਵਿਦ ਦੀ ਮੇਨ ਟਰਮਸ ਆਫ ਦੀ ਡਾਕੂਮੈਂਟ, ਦੈਨ ਉਹਨਾਂ ਨੂੰ ਔਰਲ ਐਵੀਡੈਂਸ ਦੇ ਨਾਲ ਵੀ ਸਾਬਤ ਕੀਤਾ ਜਾ ਸਕਦਾ ਹੈ। ਆਈ ਵਾਂਟ ਟੂ ਰਿਪੀਟ, ਜਦੋਂ ਕੋਈ ਫੈਕਟ ਜੋ ਕਿ ਮੇਨ ਡਾਕੂਮੈਂਟ ਦੀਆਂ ਟਰਮਸ ਦੇ ਨਾਲ ਸੰਬੰਧ ਨਹੀਂ ਰੱਖਦਾ, ਉਸ ਨੂੰ ਔਰਲ ਐਵੀਡੈਂਸ ਦੇ ਨਾਲ ਸਾਬਤ ਕੀਤਾ ਜਾ ਸਕਦਾ ਹੈ, ਚਾਹੇ ਉਹਦੇ ਬਾਰੇ ਜ਼ਿਕਰ ਇੱਕ ਡਾਕੂਮੈਂਟਰੀ ਐਵੀਡੈਂਸ ਦੇ ਵਿੱਚ ਹੀ ਦਿੱਤਾ ਹੋਵੇ। ਐਕਸਪਲੇਨੇਸ਼ਨ ਨੰਬਰ 3 ਮੈਂ ਰਿਪੀਟ ਕਰ ਦਿੰਦਾ, ਦ ਸਟੇਟਮੈਂਟ ਇਨ ਐਨੀ ਡਾਕੂਮੈਂਟ whatever of effect which fact is other than the fact referred to in this section, and what are the facts which are referred to in this section? Terms of contract, terms of grant or terms of other disposition of property। ਅਗਰ ਕੋਈ ਫੈਕਟ ਉਹਨਾਂ ਟਰਮਸ ਤੋਂ ਇਲਾਵਾ ਕੋਈ ਹੋਰ ਫੈਕਟ ਹੈਗਾ ਏ, ਉਸ ਫੈਕਟ ਨੂੰ ਸਾਬਤ ਕੀਤਾ ਜਾ ਸਕਦਾ ਏ by giving the oral evidence, shall not preclude the admission of oral evidence as to the same fact। ਆਓ ਜੀ ਇਲਸਟ੍ਰੇਸ਼ਨ ਦੀਆਂ ਮਦਦ ਦੇ ਨਾਲ ਅਸੀਂ ਇਸ ਸੈਕਸ਼ਨ ਨੰਬਰ 91 ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਫ a contract is contained in several letter, ਅਗਰ ਇੱਕ ਕੰਟਰੈਕਟ ਆ ਜੋ ਕਿ ਕਿੰਨੇ ਬੜੇ ਲੈਟਰਸ ਦੇ ਵਿੱਚ ਕੰਟੇਨ ਹੈਗਾ ਏ,
then all the letters in which it is contained must be proved। कहने ਦਾ मतलब ਆ ਅਗਰ ਮੰਨ ਲਓ 3-4 ਲੈਟਰਸ ਲੱਗੇ ਆ, 3-4 ਲੈਟਰਸ ਲੱਗਣ ਤੋਂ ਬਾਅਦ ਵਿੱਚ ਇੱਕ ਕੰਟਰੈਕਟ ਕੰਪਲੀਟ ਹੋਇਆ। ਇੱਕ ਕੰਟਰੈਕਟ ਸੀ ਬਟ that contract was contained in several letters। ਮਤਲਬ ਇੱਕ ਲੈਟਰ ਦੇ ਵਿੱਚ ਕੰਟਰੈਕਟ ਕੰਪਲੀਟ ਨਹੀਂ ਸੀ ਹੁੰਦਾ, ਇੱਕ ਤੋਂ ਜ਼ਿਆਦਾ ਲੈਟਰਸ ਦੇ ਵਿੱਚ ਕੰਟਰੈਕਟ ਕੰਪਲੀਟ ਹੋਣ ਡਿਆ ਸੀ। ਤੋ ਇਹਦਾ ਮਤਲਬ ਮੰਨ ਲਓ ਅਗਰ 5 ਲੈਟਰਸ ਦੇ ਵਿੱਚ ਇੱਕ ਕੰਟਰੈਕਟ ਕੰਪਲੀਟ ਹੋਇਆ ਏ, ਤੋ ਇਹ ਨਹੀਂ ਕਿ ਇੱਕ ਜਾਂ ਦੋ ਲੈਟਰ ਸਾਬਤ ਕਰ ਦੋ ਤੇ ਤੁਹਾਡਾ ਕੰਟਰੈਕਟ ਸਾਬਤ ਹੋ ਜਾਣਾ। ਕੰਟਰੈਕਟ ਨੂੰ ਸਾਬਤ ਕਰਨ ਦੇ ਲਈ ਸਾਰੇ ਦੇ ਸਾਰੇ ਲੈਟਰ ਜਿਹਦੇ ਵਿੱਚ ਉਹ ਕੰਟਰੈਕਟ ਕੰਪਲੀਟ ਲਿਖਿਆ ਹੋਇਆ ਏ ਉਹਨਾਂ ਨੂੰ ਸਾਬਤ ਕਰਨਾ ਕੋਰਟ ਦੇ ਵਿੱਚ ਜ਼ਰੂਰੀ ਆ। ਸੋ ਆਈ ਵਾਂਟ ਟੂ ਰਿਪੀਟ, if a contract be contained in several letters, all the letters in which it is contained must be proved। तो B illustration की कह रही है, if a contract is contained in a bill of exchange, अगर किसी contract ਨੂੰ bill of exchange ਦੇ ਵਿੱਚ ਲਿਖਿਆ ਹੋਇਆ ਹੈ तो bill of exchange ਨੂੰ ਸਾਬਤ ਕਰਨਾ ਜ਼ਰੂਰੀ ਹੈ, which is the mandate of section number 91। ਤੇ ਨੰਬਰ C ਦੇ ਵਿੱਚ ਕੀ ਆ, if a bill of exchange if a bill of exchange is drawn in a set of 3, ਅਗਰ ਇੱਕ ਬਿੱਲ ਆਫ ਐਕਸਚੇਂਜ ਨੂੰ 3 ਸੈਟਸ ਦੇ ਵਿੱਚ ਲਿਖਿਆ ਹੋਇਆ ਹੈ। ਕਹਿਣ ਦਾ ਮਤਲਬ ਆ ਮਤਲਬ ਤਿੰਨਾਂ ਸੈਟ ਦੇ ਵਿੱਚ ਸੇਮ ਬਿੱਲ ਆਫ ਐਕਸਚੇਂਜ ਦੀਆਂ ਟਰਮਸ ਲਿਖੀਆਂ ਹੋਈਆਂ ਨੇ, ਤਾਂ ਇਹਦਾ ਮਤਲਬ ਇਹ ਨਹੀਂ ਕਿ ਤਿੰਨੇ ਦੀਆਂ ਤਿੰਨੇ ਤੁਹਾਨੂੰ ਸੈਟ ਸਾਬਤ ਕਰਨੇ ਪੈਣੇ ਆ, ਇੱਕ ਸੈਟ ਹੀ ਕਾਫੀ ਆ। ਸੋ ਵਾਟ ਇਜ਼ ਦੀ ਬੇਸਿਕ ਡਿਫਰੈਂਸ ਬਿਟਵੀਨ A ਐਂਡ C। ਉਹ ਤੁਸੀਂ ਕਹਿਣਾ ਹੈ ਕਿ ਉੱਥੇ ਤਾਂ ਤੁਸੀਂ ਕਹਿੰਦੇ ਕਿ ਸਾਰੇ ਲੈਟਰਸ ਨੂੰ ਸਾਬਤ ਕਰਨਾ, ਇੱਥੇ ਤੁਸੀਂ ਕਹਿੰਦੇ ਕਿਸੇ ਇੱਕ ਲੈਟਰ ਇੱਕ ਬਿੱਲ ਆਫ ਐਕਸਚੇਂਜ ਦੇ ਸੈਟ ਨੂੰ ਸਾਬਤ ਕਰ ਲਓ। ਤਾਂ ਬੇਸਿਕ ਡਿਫਰੈਂਸ A ਤੇ C ਦਾ ਇਹ ਹੈਗਾ ਏ ਕਿ ਉਹਦੇ ਵਿੱਚ ਇੱਕ ਕੰਟਰੈਕਟ ਸੀ ਤੇ ਕਿੰਨੇ ਵੇਲੇ ਉਹ ਕੰਟਰੈਕਟ ਇੱਕ ਲੈਟਰ ਦੇ ਵਿੱਚ ਕੰਪਲੀਟ ਨਹੀਂ ਹੋਇਆ ਸੀ, that was completed in several letters। ਕਿਉਂਕਿ ਕੰਟਰੈਕਟ ਦੀਆਂ ਟਰਮਸ ਅੱਧੀਆਂ ਅਧੂਰੀਆਂ ਰਹਿ ਜਾਂਦੀਆਂ ਸੀ, ਇਸ ਕਰਕੇ ਸਾਰੇ ਦੇ ਸਾਰੇ ਲੈਟਰਸ ਨੂੰ ਪ੍ਰੋਡਿਊਸ ਕਰਨਾ ਜ਼ਰੂਰੀ ਹੈ, ਸਾਬਤ ਕਰਨਾ ਜ਼ਰੂਰੀ ਹੈ। ਪਰ ਅਗਰ ਇੱਕ ਬਿੱਲ ਆਫ ਐਕਸਚੇਂਜ ਜਿਹਦਾ ਸਾਰਾ ਦਾ ਸਾਰਾ ਕੰਟਰੈਕਟ ਇੱਕ ਸੈੱਟ ਦੇ ਵਿੱਚ ਵੀ ਕੰਪਲੀਟ ਆ, ਪਰ ਵੈਸੇ ਫਿਊਚਰ ਰੈਫਰੈਂਸ ਦੇ ਲਈ ਇੱਕ ਤੋਂ ਜ਼ਿਆਦਾ ਸੈੱਟ ਬਣਾ ਦਿੱਤੇ ਗਏ, तो अगर एक सैट भी कोर्ट ਦੇ ਵਿੱਚ ਪ੍ਰੋਡਿਊਸ ਕੀਤਾ ਜਾਂਦਾ ਹੈ ਉਹਦੇ ਨਾਲ ਬਿੱਲ ਆਫ ਐਕਸਚੇਂਜ ਦੀਆਂ ਟਰਮਸ ਤਾਂ ਸਾਬਤ ਹੋ ਜਾਂਦੀਆਂ। ਸੋ ਦਿਸ ਇਜ਼ ਦ ਬੇਸਿਕ ਡਿਫਰੈਂਸ ਬਿਟਵੀਨ A ਐਂਡ C ਪੁਆਇੰਟ। ਉਸ ਤੋਂ ਬਾਅਦ ਗੱਲ ਕਰਦੇ ਹਾਂ D ਪੁਆਇੰਟ ਦੇ ਵਿੱਚ। A contract in writing with B for the deliver of indigo upon certain terms। A ਨੇ B ਦੇ ਨਾਲ ਇੱਕ ਰਾਈਟਿੰਗ ਦੇ ਵਿੱਚ ਕੰਟਰੈਕਟ ਕੀਤਾ ਕਿ ਮੈਂ ਤੁਹਾਨੂੰ ਕੁਝ ਇੰਡੀਗੋ ਡਿਲੀਵਰ ਕਰੂੰਗਾ ਕੁਝ ਸ਼ਰਤਾਂ ਦੇ ਉੱਤੇ। The contract mention the fact that B has paid A the price of other indigo contained for verbally contracted for verbally on another occasion। ਇਸ ਕੰਟਰੈਕਟ ਦੇ ਵਿੱਚ ਇੱਕ ਗੱਲ ਮੈਂਸ਼ਨ ਕਰ ਦਿੱਤੀ ਗਈ ਕਿ B ਨੇ A ਨੂੰ ਪਹਿਲਾਂ ਵੀ ਕੋਈ ਅਦਰ ਜੋ ਇੰਡੀਗੋ ਪਰਚੇਸ ਕੀਤੇ ਸੀ ਉਹਦੀ ਪੇਮੈਂਟ ਕਰ ਦਿੱਤੀ ਸੀ, ਜੋ ਕੰਟਰੈਕਟ ਵਰਬਲੀ ਹੋਇਆ ਸੀ, ਰਾਈਟਿੰਗ ਦੇ ਵਿੱਚ ਨਹੀਂ ਸੀ ਹੋਇਆ। ਹੁਣ ਅਗਰ ਔਰਲ ਐਵੀਡੈਂਸ ਦਿੱਤੀ ਜਾਂਦੀ ਆ ਕਿ ਕੋਈ ਪੇਮੈਂਟ ਅਦਰ ਇੰਡੀਗੋ ਦੀ ਨਹੀਂ ਹੋਈ, ਉਹਦੀ ਐਵੀਡੈਂਸ ਐਡਮਿਸਿਬਲ ਹੈਗੀ ਆ। ਕਿਉਂ ਐਡਮਿਸਿਬਲ ਹੈਗੀ ਆ? ਕਿਉਂਕਿ ਇਹ ਐਕਸਪਲੇਨੇਸ਼ਨ ਨੰਬਰ 3 ਦੇ ਨਾਲ ਰਿਲੇਟ ਕਰਦੀ ਆ ਕਿ ਅਗਰ ਕਿਸੇ ਡਾਕੂਮੈਂਟ ਦੇ ਵਿੱਚ ਮੇਨ ਟਰਮਸ ਤੋਂ ਇਲਾਵਾ ਕਿਸੇ ਹੋਰ ਓਕੇਸ਼ਨ ਦੇ ਉੱਤੇ ਕੋਈ ਫੈਕਟ ਦੇ ਬਾਰੇ ਜ਼ਿਕਰ ਕੀਤਾ ਹੈ ਤਾਂ ਉਸ ਨੂੰ ਝੁਠਲਾਉਣ ਦੇ ਲਈ ਜਾਂ ਸੱਚ ਕਹਿਣ ਦੇ ਲਈ ਔਰਲ ਐਵੀਡੈਂਸ ਦਿੱਤੀ ਜਾ ਸਕਦੀ ਆ। ਤਾਂ ਇੱਥੇ ਵੀ ਤਾਂ ਇਹੀ ਗੱਲ ਹੈਗੀ ਸੀ ਕਿ ਕੰਟਰੈਕਟ B ਦੇ ਨਾਲ ਹੋਇਆ ਹੀ ਕੁਝ ਇੰਡੀਗੋ ਨੂੰ ਡਿਲੀਵਰ ਕਰਨ ਦੇ ਲਈ ਕੁਝ ਟਰਮਸ ਦੇ ਉੱਤੇ। ਇਸ ਕੰਟਰੈਕਟ ਦੇ ਵਿੱਚ ਇਸ ਕੰਟਰੈਕਟ ਤੋਂ ਇਲਾਵਾ ਅਦਰ ਇੰਡੀਗੋ ਦੇ ਪ੍ਰਾਈਸ ਦੀ ਪੇਮੈਂਟ ਦੇ ਬਾਰੇ ਵੀ ਗੱਲ ਕਰ ਦਿੱਤੀ ਗਈ ਸੀ, ਜੋ ਕਿ ਵਰਬਲੀ ਅਨਦਰ ਓਕੇਸ਼ਨ ਦੇ ਵਿੱਚ ਹੋਇਆ ਸੀ। ਅਗਰ ਕੱਲ ਇਨ ਫਿਊਚਰ ਇਹ ਕਹਿੰਦਾ ਹੈ ਕਿ ਮੈਨੂੰ ਤਾਂ ਕਦੀ ਪੇਮੈਂਟ ਹੋਈ ਨਹੀਂ ਅਦਰ ਇੰਡੀਗੋ ਦੇ ਰਿਗਾਰਡਿੰਗਲੀ, ਉਹਦੀ ਮੈਂ ਔਰਲ ਐਵੀਡੈਂਸ ਦੇਣਾ ਚਾਹੁੰਦਾ ਵਾਂ ਵੈਦਰ ਹੀ ਕੈਨ ਡੂ ਸੋ। ਆਨਸਰ ਹੈਗਾ ਯੈਸ ਹੀ ਕੈਨ ਡੂ ਸੋ। ਔਰਲ ਐਵੀਡੈਂਸ ਇਜ਼ ਆਫਰਡ that no payment was made for the other indigo, the evidence is admissible। ਹੁਣ ਕਈ ਵਾਰ ਕੀ ਹੁੰਦਾ ਹੈ ਐਗਜ਼ਾਮ ਦੇ ਵਿੱਚ ਇਸੇ ਹੀ ਇਲਸਟ੍ਰੇਸ਼ਨ ਦੇ ਵਿੱਚੋਂ ਕੁਐਸਚਨ ਆ ਜਾਂਦਾ ਹੈ। ਤਾਂ ਕੁਐਸਚਨ ਆ ਜਾਂਦਾ ਹੈ ਕਿ ਦੇਖੋ ਜੀ ਕੰਟਰੈਕਟ ਦੇ ਵਿੱਚ ਲਿਖਿਆ ਹੋਇਆ ਕਿ ਅਦਰ ਇੰਡੀਗੋ ਦੇ ਰਿਗਾਰਡਿੰਗਲੀ ਉਹਦੇ ਵਿੱਚ ਪੇਮੈਂਟ ਦੇ ਬਾਰੇ ਲਿਖਿਆ, ਲੋਕੀ ਕਹਿੰਦੇ ਨਹੀਂ ਨੋ ਔਰਲ ਐਵੀਡੈਂਸ ਕੈਨ ਬੀ ਗਿਵਨ। ਐਵੀਡੈਂਸ ਦਿੱਤਾ ਜਾ ਸਕਦਾ ਹੈ ਕਿਉਂਕਿ ਇਹਦੇ ਉੱਤੇ ਐਕਸਪਲੇਨੇਸ਼ਨ ਨੰਬਰ 3 ਐਪਲੀਕੇਬਲ ਹੋਣ ਡਈ ਆ, ਜੋ ਕਿ ਇਹ ਗੱਲ ਕਰਦਾ ਹੈ ਕਿ ਅਗਰ ਮੇਨ ਟਰਮਸ ਤੋਂ ਇਲਾਵਾ ਕਿਸੇ ਹੋਰ ਫੈਕਟ ਦੇ ਬਾਰੇ ਕਿਸੇ ਡਾਕੂਮੈਂਟ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਤੇ ਉਹਦੇ ਰਿਗਾਰਡਿੰਗਲੀ ਔਰਲ ਐਵੀਡੈਂਸ ਦਿੱਤੀ ਜਾ ਸਕਦੀ ਹੈ। ਠੀਕ ਹੈ ਜੀ। ਸੋ ਆਓ ਜੀ ਹੁਣ ਐਗਜ਼ਾਮਪਲ ਦੀ ਗੱਲ ਵੀ ਕਰਦੇ ਹਾਂ। A ਨੇ B ਨੂੰ ਇੱਕ ਰਿਸਿਪਟ ਦਿੱਤੀ ਫॉर द ਮਨੀ ਪੇਡ ਬਾਈ B, ਮਨੀ ਪੇਡ ਬਾਈ B, ਤੇ A ਨੇ ਉਹਦੇ ਰਿਗਾਰਡਿੰਗਲੀ B ਨੂੰ ਰਿਸਿਪਟ ਦਿੱਤੀ। ਉਸ ਤੋਂ ਬਾਅਦ ਵਿੱਚ ਔਰਲ ਐਵੀਡੈਂਸ ਇਜ਼ ਆਫਰਡ ਫॉर द ਪੇਮੈਂਟ, ਕਿ ਪੇਮੈਂਟ ਹੋ ਗਈ ਸੀ, ਉਹਦੇ ਰਿਗਾਰਡਿੰਗਲੀ ਔਰਲ ਐਵੀਡੈਂਸ ਦਿੱਤੀ ਗਈ। ਸੋ ਦਿਸ ਐਵੀਡੈਂਸ ਇਜ਼ ਐਡਮਿਸਿਬਲ ਕਿਉਂਕਿ
पेमेंट ऑफ मनी दे लई कोई अगर राइटिंग ना भी की जाए then it is more than sufficient. So this is something about section number 91, which is talking about evidence of the terms of contract, grant and other disposition of property which is reduced to the form of document. आओ जी सेक्शन नंबर 91 तो बाद ਹੁਣ ਸੈਕਸ਼ਨ ਨੰਬਰ 92 ਦੀ ਗੱਲ ਕਰਦੇ ਹਾਂ। ਅਗੇਨ ਦਿਸ ਸੈਕਸ਼ਨ ਇਜ਼ ਆਲਸੋ ਵੈਰੀ ਇੰਪੋਰਟੈਂਟ। ਇਸ ਸੈਕਸ਼ਨ ਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਅਗਰ ਕੋਈ ਡਾਕੂਮੈਂਟ ਹੈ ਜੋ ਕਿ ਅਸੀਂ ਸੈਕਸ਼ਨ ਨੰਬਰ 91 ਦੇ ਵਿੱਚ ਪੜ੍ਹਿਆ, ਉਸ ਡਾਕੂਮੈਂਟ ਨੂੰ ਕੋਰਟ ਦੇ ਵਿੱਚ ਪ੍ਰੋਡਿਊਸ ਕਰ ਦਿੱਤਾ ਗਿਆ ਕਿ ਉਸ ਤੋਂ ਬਾਅਦ ਔਰਲ ਐਗਰੀਮੈਂਟ ਦੇ ਰਾਹੀਂ ਉਸ ਡਾਕੂਮੈਂਟ ਨੂੰ ਝੁਠਲਾਇਆ ਜਾ ਸਕਦਾ ਹੈ ਕਿ ਉਹਦੇ ਵਿੱਚ ਐਡੀਸ਼ਨ ਕੀਤੀ ਜਾ ਸਕਦੀ ਹੈ ਜਾਂ ਨਹੀਂ ਕੀਤੀ ਜਾ ਸਕਦੀ। ਇਸ ਸੈਕਸ਼ਨ ਨੰਬਰ 92 ਦੇ ਵਿੱਚ ਅਸੀਂ ਦੋਨੋਂ ਹੀ ਆਸਪੈਕਟ ਪੜਾਂਗੇ ਕਿ ਕਦੋਂ ਔਰਲ ਐਵੀਡੈਂਸ ਦਿੱਤੀ ਨਹੀਂ ਜਾ ਸਕਦੀ ਤੇ ਕਦੋਂ ਔਰਲ ਐਵੀਡੈਂਸ ਦਿੱਤੀ ਜਾ ਸਕਦੀ ਆ। ਪਹਿਲਾਂ ਅਸੀਂ ਪੜਾਂਗੇ ਕਦੋਂ ਔਰਲ ਐਵੀਡੈਂਸ ਨਹੀਂ ਦਿੱਤੀ ਜਾ ਸਕਦੀ ਤੇ ਉਸ ਤੋਂ ਬਾਅਦ ਅਸੀਂ ਪੜਾਂਗੇ ਕਿ ਕਦੋਂ ਔਰਲ ਐਵੀਡੈਂਸ ਦਿੱਤੀ ਜਾ ਸਕਦੀ ਆ। आओ जी सेक्शन नंबर 92 ਦੇ ਬਾਰੇ ਪੜ੍ਹੇ। एक्सक्लूजन ऑफ एविडेंस ऑफ ऑरल एग्रीमेंट की लिखा है जी, when the terms of any such contract की है which is referred to in section number 91 जो ਅਸੀਂ section number 91 ਦੇ ਵਿੱਚ ਪੜ੍ਹਿਆ ਸੀ। when the terms of any such contract, grant or other disposition of property or any matter required by law to be reduced to the form of a document have been proved according to the last section। ਜਦੋਂ ਕਿਸੇ ਕੰਟਰੈਕਟ ਦੀਆਂ, ਗ੍ਰਾਂਟ ਦੀਆਂ ਜਾਂ ਅਦਰ ਡਿਸਪੋਜੀਸ਼ਨ ਆਫ ਪ੍ਰਾਪਰਟੀ ਦੀਆਂ ਔਰ ਐਨੀ ਮੈਟਰ ਵਿਚ ਇਜ਼ ਰਿਕੁਆਇਰਡ ਬਾਈ ਲਾਅ ਟੂ ਬੀ ਰਿਡਿਊਸਡ ਟੂ ਦੀ ਫਾਰਮ ਆਫ ਅ ਡਾਕੂਮੈਂਟ, ਉਹਨੂੰ ਪ੍ਰੂਫ ਕਰ ਦਿੱਤਾ ਸੀ ਸੈਕਸ਼ਨ ਨੰਬਰ 91 ਦੀਆਂ ਪ੍ਰੋਵੀਜ਼ਨਸ ਦੇ ਤਹਿਤ। तो फिर no evidence of any oral agreement, no evidence of any oral statement shall be admitted as between the parties to any such instrument or their representative in interest। तो कोई oral evidence ਜਾਂ oral statement admitted ਕੋਰਟ ਦੇ ਵਿੱਚ ਨਹੀਂ ਕੀਤੀਆਂ ਜਾਊਗੀਆਂ ਪਾਰਟੀਜ਼ ਟੂ ਇਨਸਟਰੂਮੈਂਟ ਦੇ ਦਰਮਿਆਨ ਜਾਂ ਉਹਨਾਂ ਦੇ ਰਿਪਰੈਜ਼ੈਂਟੇਟਿਵ ਇਨ ਇੰਟਰਸਟ ਦੇ ਖਿਲਾਫ ਜਿਹਦੇ ਨਾਲ ਡਾਕੂਮੈਂਟ ਦੀਆਂ ਟਰਮਸ ਦੇ ਉੱਤੇ ਕੁਝ ਕੰਟਰਾਡਿਕਸ਼ਨ ਹੋ ਜਾਵੇ। ਜੋ oral evidence ਡਾਕੂਮੈਂਟ ਦੇ ਕੰਟੈਂਟਸ ਨੂੰ ਵੈਰੀ ਕਰਨ ਜਾਂ ਉਹਦੇ ਵਿੱਚ ਐਡੀਸ਼ਨ ਕਰਨ ਤੇ ਜਾਂ ਉਹਦੀਆਂ ਸਬਸਟ੍ਰੈਕਸ਼ਨ ਕਰਨ। So what is written in section number 92 para number 1, when the terms of any such contract, grant or other disposition of property or any matter which is required by law to be reduced to the form of a document have been proved, wo prove ho gaya wa according to the last section number 91, then no evidence of any oral agreement or statement shall be admitted as between the parties to any such instrument or their representative in interest for the purpose of contradicting, varying, adding to or subtracting from its terms। So मैं नाल दे नाल section number 92 ਦੇ ਇਹ ਚਾਹੂੰਗਾ ਕਿ ਨਾਲ ਦੇ ਨਾਲ 92 ਦੀ ਜਦੋਂ ਮੈਂ ਪ੍ਰੋਵੀਜ਼ਨ ਪੜਾਵਾਂ ਤੇ ਤੁਹਾਨੂੰ ਇਹਦੇ ਨਾਲ ਰਿਲੇਟਡ ਇਲਸਟ੍ਰੇਸ਼ਨਸ ਵੀ ਕਰਵਾਈ ਜਾਵਾਂ। तो इस 92 ਦੇ ਪੈਰਾ ਨੰਬਰ 1 ਦੇ ਨਾਲ ਰਿਲੇਟਡ ਹੈਗੀਆਂ ਨੇ ਤਿੰਨ ਇਲਸਟ੍ਰੇਸ਼ਨ ਸੈਕਸ਼ਨ ਨੰਬਰ 92 ਦੀਆਂ। ਆਓ ਜੀ ਹੁਣ ਪਹਿਲਾਂ ਆਪਾਂ ਉਹਨਾਂ ਨੂੰ ਪੜ੍ਹ ਲੈਂਦੇ ਹਾਂ। तो ਇਹਨਾਂ ਤਿੰਨ ABC ਇਲਸਟ੍ਰੇਸ਼ਨ ਦੇ ਵਿੱਚ ਕੀ ਲਿਖਿਆ ਹੈ ਕਿ ਜਦੋਂ ਔਰਲ ਐਵੀਡੈਂਸ ਐਡਮਿਸਿਬਲ ਨਹੀਂ ਹੋਏਗਾ, a policy of insurance is affected on the goods in ship from Calcutta to London। ਇਸ ਐਗਜ਼ਾਮਪਲ ਦੇ ਵਿੱਚ ਕੀ ਆ, ਇੱਕ ਇੰਸ਼ੋਰੈਂਸ ਦੀ ਪਾਲਿਸੀ ਲਿੱਤੀ ਗਈ ਸੀ ਗੁੱਡਸ ਦੇ ਉੱਤੇ। ਇਟ ਇਜ਼ ਵੈਰੀ ਇੰਪੋਰਟੈਂਟ, ਪਾਲਿਸੀ ਆਫ ਇੰਸ਼ੋਰੈਂਸ ਕਿਹਦੇ ਉੱਤੇ ਲਿੱਤੀ ਗਈ ਸੀ? ਗੁੱਡਸ ਦੇ ਉੱਤੇ। ਤੇ ਗੁੱਡਸ ਕਿਤੇ ਸੀ? ਇੱਕ ਸ਼ਿਪ ਦੇ ਵਿੱਚ ਹੈਗੀਆਂ ਸੀ ਜਿਹਨੇ ਕਲਕੱਤਾ ਤੋਂ ਲੰਡਨ ਜਾਣਾ ਸੀ। the goods are shipped in a particular ship, ਜਿਹੜੀ ਗੁੱਡਸ ਜਿਹੜੀਆਂ ਸੀ ਇੱਕ ਪਾਰਟਿਕੂਲਰ ਸ਼ਿਪ ਦੇ ਵਿੱਚ ਚੜਾਈਆਂ ਗਈਆਂ ਜੋ ਸ਼ਿਪ ਲੌਸਟ ਹੋ ਗਈ, ਸਮੁੰਦਰ ਦੇ ਵਿੱਚ ਗਵਾਚ ਗਈ। ਕੱਲ ਇਨ ਫਿਊਚਰ ਕਿਉਂਕਿ ਗੁੱਡਸ ਦੀ ਇੰਸ਼ੋਰੈਂਸ ਹੋਈ ਸੀ, ਸੋ ਦ ਪਰਸਨ ਹੂ ਇਜ਼ ਟੇਕਿੰਗ ਦ ਇੰਸ਼ੋਰੈਂਸ ਔਨ ਦ ਗੁੱਡਸ ਇਜ਼ ਇੰਟਾਈਟਲਡ ਟੂ ਗੈਟ ਦੀ ਅਮਾਊਂਟ ਇਨ ਕੰਪਨਸੇਸ਼ਨ। ਹੁਣ ਅਗਰ ਇੱਕ ਫੈਕਟ ਆਵੇ ਕਿ ਉਹ ਪਾਰਟਿਕੂਲਰ ਸ਼ਿਪ ਤਾਂ ਔਰਲੀ ਐਕਸੈਪਟ ਕਰ ਦਿੱਤੀ ਸੀ ਪਾਲਿਸੀ ਤੋਂ, ਪਾਲਿਸੀ ਦੇ ਵਿੱਚ ਉਹ ਪਾਰਟਿਕੂਲਰ ਸ਼ਿਪ ਕਵਰ ਨਹੀਂ ਸੀ ਹੁੰਦੀ, ਦੈਟ ਕੈਨ ਨਾਟ ਬੀ ਪ੍ਰੂਵਡ। ਕਿਉਂਕਿ ਜਿੱਥੇ ਡਾਕੂਮੈਂਟਰੀ ਐਵੀਡੈਂਸ ਆ ਗਿਆ ਤਾਂ ਡਾਕੂਮੈਂਟਰੀ ਐਵੀਡੈਂਸ ਨੂੰ ਝੁਠਲਾਉਣ ਦੇ ਲਈ ਕੱਲ ਇੱਕ ਸੈਪਰੇਟ ਔਰਲ ਐਗਰੀਮੈਂਟ ਤੁਸੀਂ ਪ੍ਰੋਡਿਊਸ ਨਹੀਂ ਕਰ ਸਕਦੇ। ਸੋ ਦਿਸ ਇਜ਼ ਦੀ ਅਕੋਰਡਿੰਗ ਟੂ ਸੈਕਸ਼ਨ 92 ਪੈਰਾ ਨੰਬਰ 1। ਮੈਂ ਦੁਬਾਰਾ ਰਿਪੀਟ ਕਰ ਦਿੰਦਾ ਇਲਸਟ੍ਰੇਸ਼ਨ ਨੰਬਰ A ਨੂੰ। A policy of insurance is affected on the goods in ship from Calcutta to London। ਇੱਕ ਪਾਲਿਸੀ ਇੰਸ਼ੋਰੈਂਸ ਲਿੱਤੀ ਗੁੱਡਸ ਦੇ ਉੱਤੇ
ਜੋ ਗੁੱਡਸ ਇੱਕ ਸ਼ਿਪ ਦੇ ਵਿੱਚ ਚੜਾ ਦਿੱਤੀਆਂ ਗਈਆਂ ਜਿਹਨੇ ਕਲਕੱਤਾ ਤੋਂ ਲੰਡਨ ਜਾਣਾ ਸੀ। ਦ ਗੁੱਡਸ ਆਰ ਸ਼ਿਪਡ ਇਨ ਅ ਪਾਰਟਿਕੂਲਰ ਸ਼ਿਪ ਜੋ ਕਿ ਲੌਸਟ ਹੋ ਗਈ। ਦ ਫੈਕਟ ਦੈਟ ਪਾਰਟਿਕੂਲਰ ਸ਼ਿਪ ਵਾਸ ਔਰਲੀ ਐਕਸੈਪਟਡ ਫਰਮ ਪਾਲਿਸੀ, ਕਿ ਔਰਲੀ ਇਹਨੂੰ ਐਕਸੈਪਟ ਕਰ ਦਿੱਤਾ ਗਿਆ ਸੀ ਪਾਲਿਸੀ ਦੇ ਵਿੱਚ ਸ਼ਿਪ ਨਹੀਂ ਕਵਰ ਹੋਊਗੀ, ਇਸ ਨੂੰ ਪ੍ਰੂਫ ਨਹੀਂ ਕੀਤਾ ਜਾ ਸਕਦਾ ਕਿਉਂਕਿ ਸੈਕਸ਼ਨ ਨੰਬਰ 91 ਕੀ ਕਹਿ ਰਿਹਾ ਹੈ, ਸੌਰੀ 92 ਦਾ ਪਹਿਲਾ ਪੈਰਾ ਕੀ ਕਹਿ ਰਿਹਾ कि when the terms of any such contract, grant or other disposition of property or any matter required by law to be reduced to the form of a document have been proved according to the last section number 91, no evidence of any oral agreement, no evidence of any oral statement shall be admitted as between the parties to any such instrument or their representative in interest for the purpose of contradicting, varying, adding to or subtracting from its terms. Okay, so ਇਹ ਐਗਜ਼ਾਮਪਲ ਉਹਦੇ ਨਾਲ ਮੈਚ ਕਰਦੀ ਹੈ। ਤਾਂ ਬੀ ਐਗਜ਼ਾਮਪਲ ਦੇ ਵਿੱਚ ਕੀ ਹੈ, ਏ ਨੇ ਇੱਕ ਐਗਰੀ ਕੀਤਾ ਐਬਸੋਲੂਟਲੀ ਇਨ ਰਾਈਟਿੰਗ, ਇਟ ਇਜ਼ ਵੈਰੀ ਇੰਪੋਰਟੈਂਟ, ਏ ਨੇ ਇੱਕ ਰਾਈਟਿੰਗ ਦਿੱਤੀ ਕਿ ਮੈਂ ਬੀ ਨੂੰ 1000 ਰੁਪਏ ਦੀ ਪੇਮੈਂਟ ਕਰੂੰਗਾ ਔਨ ਦੀ 1 ਮਾਰਚ ਆਫ 1873। 1 ਮਾਰਚ 1873 ਦੇ ਵਿੱਚ ਮੈਂ ਏ ਬੀ ਨੂੰ 1000 ਰੁਪਏ ਦੀ ਪੇਮੈਂਟ ਕਰ ਦੂੰਗਾ। ਸੋ ਇਹ ਜੋ ਵਚਨ ਸੀ ਰਾਈਟਿੰਗ ਦੇ ਵਿੱਚ ਉਹਨੇ ਦਿੱਤਾ ਸੀ। ਹੁਣ ਅਗਰ ਇੱਕ ਫੈਕਟ ਆਵੇ ਡੈਟ ਐਟ ਦ ਸੇਮ ਟਾਈਮ ਜਦੋਂ ਉਹਨੇ ਰਾਈਟਿੰਗ ਦਿੱਤੀ ਸੀ ਇੱਕ ਔਰਲ ਐਗਰੀਮੈਂਟ ਵੀ ਕੀਤਾ ਜਿਹਦੇ ਵਿੱਚ ਇਹ ਲਿਖ ਦਿੱਤਾ ਕਿ ਮਨੀ ਜਿਹੜੀ ਆ ਪੈਸਾ ਜਿਹੜਾ ਵਾ 31 ਮਾਰਚ ਤੋਂ ਪਹਿਲਾਂ ਨਹੀਂ ਪੇ ਕਰਨਾ, ਉਹਨੂੰ ਕੋਰਟ ਦੇ ਵਿੱਚ ਸਾਬਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹਦੇ ਨਾਲ ਤਾਂ ਤੁਸੀਂ ਜੋ ਮੇਨ ਕੰਟਰੈਕਟ ਇਨ ਰਾਈਟਿੰਗ ਜਾਂ ਮੇਨ ਡਾਕੂਮੈਂਟ ਇਨ ਰਾਈਟਿੰਗ ਐਗਜ਼ੀਕਿਊਟ ਕੀਤਾ ਉਹਨੂੰ ਕੰਟਰਾਡਿਕਟ ਕਰਨ ਦੀ ਕੋਸ਼ਿਸ਼ ਕਰਦੇ ਹੋ। ਤੇ ਸੈਕਸ਼ਨ ਨੰਬਰ 91 ਕੀ ਕਹਿ ਰਿਹਾ ਹੈ कि no oral evidence will be admissible to contradict the contents of documentary evidence। आओ जी बी एग्जांपल मैं दोबारा पढ़ा देना। A agree absolutely in writing to pay B rupees 1000 rupiah on the 1st March 1873। The fact that at the same time an oral agreement was made that the money should not be paid till the 31st of March cannot be proved। तो C example की दी है an estate called Rampur Tea Estate, एक रामपुर टी स्टेट हैगी सी, is sold by a deed which contains a map of the property sold। एक ਰਾਮਪੁਰ ਟੀ ਸਟੇਟ ਵੇਚੀ ਗਈ ਸੀ, ਡੀਡ ਦੇ ਰਾਹੀਂ ਵੇਚੀ ਗਈ ਸੀ ਤੇ ਉਸ ਡੀਡ ਦੇ ਵਿੱਚ ਇੱਕ ਨਕਸ਼ਾ ਵੀ ਹੈਗਾ ਸੀ, ਨਕਸ਼ੇ ਦੇ ਵਿੱਚ ਦੱਸਿਆ ਸੀ ਕਿ ਉਹਦੀ ਮਿਣਤੀ ਕਿੰਨੀ ਹੈਗੀ ਆ। ਹੁਣ ਅਗਰ ਇੱਕ ਫੈਕਟ ਆਵੇ ਕਿ ਲੈਂਡ ਨਾਟ ਇਨਕਲੂਡਡ ਇਨ ਦੀ ਮੈਪ, ਇੱਕ ਲੈਂਡ ਜੋ ਕਿ ਉਸ ਮੈਪ ਦੇ ਵਿੱਚ ਸ਼ਾਮਿਲ ਨਹੀਂ ਹੁੰਦੀ ਉਸ ਨੂੰ ਵੀ ਸਟੇਟ ਦਾ ਪਾਰਟ ਮੰਨਿਆ ਜਾਣਾ ਚਾਹੀਦਾ ਹੈ ਤੇ ਉਹ ਵੀ ਡੀਡ ਦੇ ਨਾਲ ਪਾਸ ਹੋ ਗਈ ਸੀ, ਮੈਪ ਦੇ ਵਿੱਚ ਤਾਂ ਲਿਖਿਆ ਨਹੀਂ ਹੈ, ਉਸ ਨੂੰ ਪ੍ਰੂਫ ਨਹੀਂ ਕੀਤਾ ਜਾ ਸਕਦਾ। ਸੋ ਦਿਸ ਇਜ਼ ਸਮਥਿੰਗ ਅਬਾਊਟ ਸੀ ਇਲਸਟ੍ਰੇਸ਼ਨ। आओ जी उस तो बाद असी वारी वारी प्रोविजनस की गल करते हैं। तो प्रोविजन नंबर 1 की कह रहा है एनी फैक्ट में बी प्रूव्ड, कोई भी फैक्ट प्रूव किया जा सकता विच वुड इनवैलिडेट एनी डॉक्यूमेंट, जो किसी डॉक्यूमेंट नू इनवैलिडेट करता वा, और विच वुड इंटाइटल एनी पर्सन टू एनी डिक्री और अदर ऑर्डर रिलेटिंग देयर टू। तो जो कोई डिक्री या अदर ऑर्डर लैन दे लई इंटाइटल करता वा कोई फैक्ट, जिदा फॉर एग्जाम्पल के तौर पर आप कहने हैं कि डॉक्यूमेंट फ्रॉड के नाल हो गया सी, डॉक्यूमेंट एग्जीक्यूट करवाया ही क्रिमिनल इंटीमीडिएशन के नाल, ਜਾਂ ਫਰਾਡ ਦੇ ਵਿੱਚ ਕੋਈ ਇਲੀਗੈਲਿਟੀ ਹੈਗੀ ਸੀ ਔਰ ਵਾਂਟ ਆਫ ਡਿਊ ਐਗਜ਼ੀਕਿਊਸ਼ਨ ਕੀ ਸਾਈਨ ਹੀ ਨਹੀਂ ਅਸੀਂ ਕੀਤੇ, ਤੇ ਜਾਂ ਕੰਟਰੈਕਟਿੰਗ ਪਾਰਟੀ ਦੇ ਵਿੱਚ ਕੋਈ ਕੈਪੈਸਿਟੀ ਨਹੀਂ ਹੈਗੀ ਸੀ, ਮੰਨ ਲਓ ਫੋਰ ਐਗਜ਼ਾਮਪਲ ਕੋਈ ਮਾਈਨਰ ਜਾਂ ਪਾਗਲ ਦੇ ਕੋਲ ਕੋਈ ਡਾਕੂਮੈਂਟ ਸਾਈਨ ਕਰਵਾ ਲੇਤਾ ਤੇ ਜਾਂ ਇਸ ਡਾਕੂਮੈਂਟ ਦੇ ਵਿੱਚ ਤਾਂ ਪੈਸਾ ਲਿਖਿਆ ਵਾ ਪਰ ਅਸਲ ਦੇ ਵਿੱਚ ਪੈਸੇ ਦੀ ਕੋਈ ਟ੍ਰਾਂਸਫਰ ਹੋਈ ਨਹੀਂ, ਔਰ ਵਾਂਟ ਔਰ ਫੇਲੀਅਰ ਆਫ ਕੰਸੀਡਰੇਸ਼ਨ, ਤੇ ਜਾਂ ਕਿਸੇ ਫੈਕਟ ਜਾਂ ਲਾਅ ਦੀ ਮਿਸਟੇਕ ਹੈਗੀ ਸੀ। ਅਗਰ ਇਸ ਤਰੀਕੇ ਦੀਆਂ ਗੱਲਾਂ ਹੈਗੀਆਂ ਨੇ ਜੋ ਕਿ ਕਿਸੇ ਡਾਕੂਮੈਂਟ ਨੂੰ ਇਨਵੈਲਿਡੇਟ ਕਰ ਸਕਦੀਆਂ ਨੇ ਤੇ ਉਹਨਾਂ ਫੈਕਟ ਦੀ ਐਵੀਡੈਂਸ ਦਿੱਤੀ ਜਾ ਸਕਦੀ ਹੈ। तो I want to repeat provision number 1, any fact may be proved which would invalidate any document or which would entitle any person to any decree or order relating thereto, such as fraud, intimidation, illegality, want of due execution, want of capacity in any contracting party, want or failure of consideration or mistake in fact or law। ਇਸ ਦੇ ਨਾਲ illustration number D ਤੇ E ਮੇਲ ਖਾਂਦੀ ਆ। ਆਓ ਜੀ illustration number D ਤੇ E ਇੱਕ ਵਾਰ ਪੜ੍ਹ ਲੈਂਦੇ ਹਾਂ। illustration number D ਦੇ ਵਿੱਚ ਕੀ ਲਿਖਿਆ ਹੈ, A enters into a written contract with B to work certain mines। ਇਹ ਇੱਕ written contract ਦੇ ਵਿੱਚ ਆਇਆ B ਦੇ ਨਾਲ ਕਿ ਉਹਨੇ ਕੁਝ ਮਾਈਨਸ ਦਾ ਕੰਮ ਕਰਨਾ ਹੈ which is the property of B, ਜੋ ਕਿ B ਦੀ property ਹੋਈ upon certain terms। ਹੁਣ ਉਸ ਤੋਂ ਬਾਅਦ ਵਿੱਚ A ਨੇ ਇਹ ਗੱਲ ਕਿਹਾ ਕਿ ਮੈਨੂੰ ਤਾਂ ਇੰਡਿਊਸ ਕੀਤਾ ਗਿਆ ਸੀ ਮਿਸਰੀਪ੍ਰੈਜ਼ੈਂਟੇਸ਼ਨ ਦੇ ਨਾਲ as to their value। A was induced to do so by a misrepresentation of B as to their value। ਇਹਦਾ ਮਤਲਬ ਡਾਕੂਮੈਂਟ ਐਗਜ਼ੀਕਿਊਟ ਕਰਨ ਦੇ ਟਾਈਮ ਦੇ ਉੱਤੇ ਇਹ ਪਲੀਡ ਕਰਦਾ ਪਿਆ ਕਿ ਮੈਨੂੰ ਮਿਸਰੀਪ੍ਰੈਜ਼ੈਂਟੇਸ਼ਨ ਦਿੱਤੀ ਗਈ ਸੀ। तो इस मिस रिप्रजेंटेशन के फैक्ट को साबित किया जा सकता है
ਐਸ ਪਰ ਐਕਸਪਲੇਨੇਸ਼ਨ ਨੰਬਰ 1। आओ जी इलस्ट्रेशन नंबर ई भी एक बार देख लेने हैं जो कि एक्सप्लेनेशन नंबर 1 ਦੇ ਨਾਲ ਸੌਰੀ ਪ੍ਰੋਵੀਜ਼ਨ ਨੰਬਰ 1 ਦੇ ਨਾਲ ਮੇਲ ਖਾਂਦੀ ਹੈ। तो इस इलस्ट्रेशन ਵਿੱਚ ਕੀ ਹੈ, A ਨੇ ਇੰਸਟੀਟਿਊਟ ਕੀਤਾ a suit against B for the specific performance of a contract and also pray that the contract may be reformed as to one of its provision। A ਨੇ B ਦੇ ਖਿਲਾਫ ਇੱਕ ਸਪੈਸੀਫਿਕ ਸੂਟ ਸਪੈਸੀਫਿਕ ਪਰਫਾਰਮੈਂਸ ਦਾ ਦਾਅਵਾ ਕਰ ਦਿੱਤਾ ਤੇ ਨਾਲ ਹੀ ਆਪਣੇ ਦਾਅਵੇ ਦੇ ਵਿੱਚ ਇਹ ਗੱਲ ਕੀਤੀ ਕਿ ਕੰਟਰੈਕਟ ਦੀ ਇੱਕ ਟਰਮਸ ਹੈਗੀ ਹੀ ਪ੍ਰੋਵੀਜ਼ਨ ਹੈਗੀ ਸੀ ਉਹਨੂੰ ਥੋੜਾ ਜਿਹਾ ਬਦਲਿਆ ਜਾਵੇ। ਕਿਉਂ ਬਦਲਿਆ ਜਾਵੇ? ਕਿਉਂਕਿ ਇਹ ਜੋ ਪ੍ਰੋਵੀਜ਼ਨ ਸੀ ਗਲਤੀ ਦੇ ਨਾਲ ਇਨਸਰਟ ਹੋ ਗਈ ਸੀ। ਐਜ਼ ਸਟੇਟ ਪ੍ਰੋਵੀਜ਼ਨ ਵਾਸ ਇਨਸਰਟਡ ਇਨ ਇਟ ਬਾਈ ਮਿਸਟੇਕ। तो उस मिसटेक ਨੂੰ ਸਾਬਤ ਕਰਨ ਦੇ ਲਈ ਕੱਲ ਐਵੀਡੈਂਸ A ਦੇ ਦੁਆਰਾ ਦਿੱਤੀ ਜਾ ਸਕਦੀ ਆ ਜਿਹਦੇ ਨਾਲ ਉਹ ਇਸ ਕੰਟਰੈਕਟ ਦੇ ਵਿੱਚ ਨੈਸੈਸਰੀ ਰਿਫਾਰਮ ਕਰਵਾ ਸਕੇ। A may prove that such a mistake was made as would by law entitle him to have the contract reformed। ਸੋ ਇਹਦੀ ਐਵੀਡੈਂਸ ਦਿੱਤੀ ਜਾ ਸਕਦੀ ਆ। ਆਓ ਜੀ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਪ੍ਰੋਵੀਜ਼ਨ ਨੰਬਰ 2 ਦੇ ਬਾਰੇ। The existence of any separate agreement as to any matter on which a document is silent। ਕਈ ਵਾਰ ਕੋਈ ਡਾਕੂਮੈਂਟ ਇੱਕ ਪਾਰਟਿਕੂਲਰ ਮੈਟਰ ਦੇ ਉੱਤੇ ਸਾਇਲੈਂਟ ਹੁੰਦਾ ਹੈ ਤਾਂ ਉਹਦੇ ਉੱਤੇ ਅਗਰ ਕੋਈ ਸੈਪਰੇਟ ਔਰਲ ਐਗਰੀਮੈਂਟ ਹੋਇਆ ਸੀ ਤੇ ਉਹਦੀ ਐਵੀਡੈਂਸ ਦਿੱਤੀ ਜਾ ਸਕਦੀ ਹੈ, ਪਰ ਸ਼ਰਤ ਇਹ ਹੈਗੀ ਆ ਕਿ ਉਹ ਜੋ ਸੈਪਰੇਟ ਔਰਲ ਐਗਰੀਮੈਂਟ ਹੈਗਾ ਏ ਉਹ ਡਾਕੂਮੈਂਟ ਦੀਆਂ ਸਪੈਸੀਫਿਕ ਟਰਮਸ ਦੇ ਖਿਲਾਫ ਨਹੀਂ ਹੋਣਾ ਚਾਹੀਦਾ। आओ जी एक बार मैं पढ़ा देना। The existence of any separate oral agreement as to any matter on which document is silent and which oral agreement is not inconsistent with its terms may be proved। In considering whether or not this proviso apply, कोर्ट ने ਜਦੋਂ ਇਹ ਦੇਖਣਾ ਵਾ ਕਿ ਇਹ provision number 2 ਅਪਲਾਈ ਹੋਣਾ ਜਾਂ ਨਹੀਂ ਹੋਣਾ, ਕੋਰਟ ਕੀ ਕਰੇਗੀ ਉਸ ਡਾਕੂਮੈਂਟ ਦੀ ਡਿਗਰੀ ਆਫ ਫਾਰਮੈਲਿਟੀ ਨੂੰ ਧਿਆਨ ਦੇ ਵਿੱਚ ਰੱਖੇਗੀ ਕਿ ਕਿੰਨਾ ਕੁ ਫਾਰਮਲ ਡਾਕੂਮੈਂਟ ਬਣਾਇਆ ਗਿਆ। ਦਾ ਕੋਰਟ ਸ਼ੈਲ ਹੈਵ ਰਿਗਾਰਡ ਟੂ ਦ ਡਿਗਰੀ ਆਫ ਫਾਰਮੈਲਿਟੀ ਆਫ ਦ ਡਾਕੂਮੈਂਟ। ਇਸ ਪ੍ਰੋਵੀਜ਼ਨ ਨੰਬਰ 2 ਦੇ ਨਾਲ ਇਲਸਟ੍ਰੇਸ਼ਨ ਨੰਬਰ F ਦੀ ਮੈਚਿੰਗ ਹੁੰਦੀ ਆ। ਆਓ ਜੀ ਇਲਸਟ੍ਰੇਸ਼ਨ ਨੰਬਰ F ਇੱਕ ਵਾਰ ਮੈਂ ਪੜ੍ਹਾ ਦਿੰਦਾ। A ਨੇ ਆਰਡਰ ਕੀਤੀਆਂ ਗੁੱਡਸ ਆਫ B ਬਾਈ ਅ ਲੈਟਰ ਇਨ ਵਿਚ ਨਥਿੰਗ ਇਜ਼ ਸੈਟ ਐਜ਼ ਟੂ ਦ ਟਾਈਮ ਆਫ ਪੇਮੈਂਟ। A ਨੇ B ਨੂੰ ਗੁੱਡਸ ਲਈ ਆਰਡਰ ਕੀਤਾ ਇੱਕ ਚਿੱਠੀ ਦੇ ਰਾਹੀਂ, ਜਿਸ ਚਿੱਠੀ ਦੇ ਵਿੱਚ ਟਾਈਮ ਆਫ ਪੇਮੈਂਟ ਦੇ ਬਾਰੇ ਨਹੀਂ ਸੀ ਲਿੱਤਾ ਤੇ ਕੱਲ ਇਨ ਫਿਊਚਰ A ਨੇ ਉਸ ਡਿਲੀਵਰੀ ਨੂੰ ਐਕਸੈਪਟ ਵੀ ਕਰ ਲਿੱਤਾ ਐਂਡ ਐਕਸੈਪਟ ਦ ਗੁੱਡਸ ਔਨ ਡਿਲੀਵਰੀ। B ਨੇ ਉਸ ਤੋਂ ਬਾਅਦ A ਨੂੰ ਪ੍ਰਾਈਸ ਦੇ ਲਈ ਸਿਊ ਕੀਤਾ ਕਿ ਭਾਈ A ਨੇ ਤਾਂ ਮੈਨੂੰ ਪ੍ਰਾਈਸ ਨਹੀਂ ਪੇ ਕੀਤਾ। A may show that goods were supplied on credit ਕਿ ਇਹ ਜਿਹੜੀਆਂ ਗੁੱਡਸ ਨਾਲ ਮੈਨੂੰ ਉਧਾਰ ਸਪਲਾਈ ਕੀਤੀਆਂ ਗਈਆਂ ਸੀ ਇੱਕ ਟਰਮ ਦੇ ਲਈ ਵਿਚ ਇਜ਼ ਸਟਿਲ ਅਨਐਕਸਪਾਇਰਡ ਕਿ ਔਰਲ ਐਗਰੀਮੈਂਟ ਅਸੀਂ ਕਰ ਲਿਆ ਸੀ ਕਿ ਇੰਨੀ ਪਾਰਟਿਕੂਲਰ ਡੇਟ ਨੂੰ ਪੇਮੈਂਟ ਕਰਾਂਗੇ, ਹੁਣ ਇਹ ਤਾਂ ਪਹਿਲਾਂ ਹੀ ਪੈਸੇ ਮੰਗਣ ਲੱਗ ਪਿਆ। ਤਾਂ ਇਹ ਇੱਕ ਸੈਪਰੇਟ ਐਗਰੀਮੈਂਟ ਹੋਇਆ ਸੀ ਤੇ ਇਸ ਮੇਨ ਡਾਕੂਮੈਂਟ ਦੇ ਵਿੱਚ ਕਿਉਂਕਿ ਪੇਮੈਂਟ ਦਾ ਟਾਈਮ ਸਾਇਲੈਂਟ ਸੀ ਤਾਂ ਉਸ ਸਾਇਲੈਂਸੀ ਨੂੰ ਖਤਮ ਕਰਨ ਦੇ ਲਈ ਔਰਲ ਐਵੀਡੈਂਸ ਦਿੱਤਾ ਜਾ ਸਕਦਾ ਹੈ। ਸੋ ਦਿਸ ਇਜ਼ ਸਮਥਿੰਗ ਅਬਾਊਟ this F illustration and provision number 3। ਹੁਣ ਅਸੀਂ ਗੱਲ ਕਰਦੇ ਹਾਂ provision number 4 ਦੇ ਬਾਰੇ। ਅਗਰ ਕੋਈ ਸਬਸੀਕੁਐਂਟ ਔਰਲ ਐਗਰੀਮੈਂਟ ਕੀਤਾ ਹੋਵੇ, ਮੰਨ ਲਓ ਮੇਨ ਜਦੋਂ ਐਗਰੀਮੈਂਟ ਕੀਤਾ, ਮੇਨ ਐਗਰੀਮੈਂਟ ਕਰਨ ਤੋਂ ਬਾਅਦ ਜੋ ਕਿ ਡਾਕੂਮੈਂਟ ਦੇ ਵਿੱਚ ਹੈਗਾ ਹੀ, ਉਸ ਤੋਂ ਬਾਅਦ ਇੱਕ ਸਬਸੀਕੁਐਂਟ ਔਰਲ ਐਗਰੀਮੈਂਟ ਕੀਤਾ ਜਿਹਦੇ ਵਿੱਚ ਡਾਕੂਮੈਂਟਰੀ ਐਵੀਡੈਂਸ ਨੂੰ ਖਤਮ ਕਰਨ ਦੇ ਲਈ ਜਾਂ ਮੋਡੀਫਾਈ ਕਰਨ ਦੇ ਲਈ ਕੋਈ ਗੱਲਾਂ ਹੋਈਆਂ ਨੇ ਤਾਂ ਉਹਨਾਂ ਨੂੰ ਐਵੀਡੈਂਸ ਦੇ ਵਿੱਚ ਦਿੱਤਾ ਜਾ ਸਕਦਾ ਹੈ। ਪਰ ਇੱਕ ਗੱਲ ਬੜੀ ਇੰਪੋਰਟੈਂਟ ਆ, ਅਗਰ ਕਿਸੇ ਕੰਟਰੈਕਟ ਗ੍ਰਾਂਟ ਜਾਂ ਡਿਸਪੋਜੀਸ਼ਨ ਆਫ ਪ੍ਰਾਪਰਟੀ ਦੀਆਂ ਜੋ ਟਰਮਸ ਆ ਕਾਨੂੰਨ ਦੇ ਦੁਆਰਾ ਇਹ ਰਿਕੁਆਇਰ ਕੀਤਾ ਗਿਆ ਕਿ ਉਹਨੂੰ ਰਾਈਟਿੰਗ ਦੇ ਵਿੱਚ ਕਰਨਾ ਹੈ ਤੇ ਜਾਂ ਉਹਨੂੰ ਰਜਿਸਟਰ ਕਰਨਾ ਹੈ ਇੰਡੀਅਨ ਰਜਿਸਟ੍ਰੇਸ਼ਨ ਐਕਟ 1908 ਦੇ ਅਕੋਰਡਿੰਗਲੀ, ਤੇ ਉਹਨਾਂ ਨੂੰ ਸਬਸੀਕੁਐਂਟ ਔਰਲ ਐਗਰੀਮੈਂਟ ਨਾਲ ਰਿਜ਼ਾਈਨ ਜਾਂ ਮੋਡੀਫਾਈ ਨਹੀਂ ਕੀਤਾ ਜਾ ਸਕਦਾ। ਤਾਂ ਕਹਿਣ ਦਾ ਮਤਲਬ ਜਿਹੜੇ ਨਾਰਮਲ ਡਾਕੂਮੈਂਟ ਆ ਜਿਨ੍ਹਾਂ ਦੀ ਰਾਈਟਿੰਗ ਜ਼ਰੂਰੀ ਨਹੀਂ ਹੈਗੀ ਤੇ ਜਾਂ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਜ਼ਰੂਰੀ ਨਹੀਂ ਹੈਗੀ, ਉਹਨਾਂ ਨੂੰ ਉਹਨਾਂ ਦੇ ਰਿਗਾਰਡਿੰਗਲੀ ਸਬਸੀਕੁਐਂਟ ਔਰਲ ਐਗਰੀਮੈਂਟ ਦੀ ਐਵੀਡੈਂਸ ਦਿੱਤੀ ਜਾ ਸਕਦੀ ਆ ਜਿਹਦੇ ਵਿੱਚ ਉਸ ਮੇਨ ਕੰਟਰੈਕਟ ਨੂੰ ਰਿਜ਼ਾਈਨ ਜਾਂ ਮੋਡੀਫਾਈ ਕੀਤਾ ਗਿਆ ਸੀ। ਪਰ ਅਗਰ ਕੋਈ ਡਾਕੂਮੈਂਟ ਕਾਨੂੰਨ ਦੇ ਦੁਆਰਾ ਇਹ ਰਿਕੁਆਇਰ ਕੀਤਾ ਗਿਆ ਟੂ ਬੀ ਇਨ ਰਾਈਟਿੰਗ ਤੇ ਜਾਂ ਜਿਹੜਾ ਡਾਕੂਮੈਂਟ ਕਾਨੂੰਨ ਦੇ ਦੁਆਰਾ ਰਜਿਸਟ੍ਰੇਸ਼ਨ ਕੰਪਲਸਰੀ ਜਿਹਦੀ ਕੀਤੀ ਗਈ ਆ ਉਹ ਡਾਕੂਮੈਂਟ ਹੈਗਾ ਏ ਤਾਂ ਉਸ ਦੇ ਲਈ ਸਬਸੀਕੁਐਂਟ ਔਰਲ ਐਗਰੀਮੈਂਟ ਦੀ ਐਵੀਡੈਂਸ ਨਹੀਂ ਦਿੱਤੀ ਜਾ ਸਕਦੀ ਜਿਹਦੇ ਵਿੱਚ ਉਸ ਮੇਨ ਕੰਟਰੈਕਟ ਨੂੰ ਰਿਜ਼ਾਈਨ ਜਾਂ ਮੋਡੀਫਾਈ ਕੀਤਾ ਗਿਆ ਸੀ। ਸੋ ਪ੍ਰੋਵੀਜ਼ਨ ਨੰਬਰ 4 ਇੱਕ ਵਾਰ ਮੈਂ ਪੜ੍ਹਾ ਦਿੰਦਾ। The existence of any distinct subsequent oral agreement to resign or modify any such contract grant or disposition of property may be proved except in cases in which such contract grant or disposition of property is by required to be in writing or has been registered according to the law in force for the time being as to the registration of document। ਆਓ ਜੀ ਇਹਦੇ ਨਾਲ ਰਿਲੇਟਡ H illustration ਮੈਂ ਤੁਹਾਨੂੰ ਕਰਵਾ ਦਿੰਦਾ।
ਐਚ ਨੇ ਇਹਦੇ ਵਿੱਚ ਕੀ ਹੈਗਾ, ਐਚ ਇਲਸਟ੍ਰੇਸ਼ਨ ਦੇ ਵਿੱਚ ਇਹ ਹਾਇਰਸ ਲੌਜਿੰਗ ਆਫ ਬੀ, ਏ ਨੇ ਬੀ ਦੀ ਲੌਜਿੰਗ ਹਾਇਰ ਕੀਤੀ, ਕਮਰਾ ਕਿਰਾਏ ਤੇ ਲਿੱਤਾ, ਐਂਡ ਗਿਵਸ ਬੀ ਏ ਕਾਰਡ ਔਨ ਵਿਚ ਇਟ ਇਜ਼ ਰਿਟਨ 200 ਰੁਪਿਆ ਰੈਂਟ ਹੈਗਾ ਵਾ ਪਰ ਮੰਥ। ਇਹ ਮੇ ਪ੍ਰੂਵ ਏ ਵਰਬਲ ਐਗਰੀਮੈਂਟ that these terms were to include partial board, ਕਿ ਪਾਰਸ਼ੀਅਲ ਬੋਰਡ ਇਹਦੇ ਵਿੱਚ ਹੈਗੀ ਆ। ਅਗਰ ਇੱਕ ਗੱਲ ਬੜੀ ਇੰਪੋਰਟੈਂਟ ਆ ਕਿ ਅਗਰ ਏ ਨੇ ਹਾਇਰ ਕੀਤੀ ਆ ਲੌਜਿੰਗ ਆਫ ਬੀ ਫॉर ਅ ਈਅਰ, ਬੀ ਦਾ ਜਿਹੜਾ ਕਮਰਾ ਵਾ, ਬੀ ਦੀ ਜਿਹੜੀ ਝੌਂਪੜੀ ਆ ਜਾਂ ਕੁਝ ਵੀ ਉਹਦਾ ਜੋ ਰੂਮ ਹੈਗਾ ਏ, ਅਗਰ ਸਾਲ ਦੇ ਲਈ ਕਿਰਾਏ ਤੇ ਲਿੱਤਾ ਤੇ ਐਂਡ ਏ ਰੈਗੂਲਰਲੀ ਸਟੈਂਪਡ ਐਗਰੀਮੈਂਟ ਡਰਾਨ ਅਪ ਬਾਈ ਐਨ ਅਟਾਰਨੀ, ਇੱਕ ਰੈਗੂਲਰਲੀ ਸਟੈਂਪਡ ਐਗਰੀਮੈਂਟ ਲਿਖਿਆ ਗਿਆ ਇਜ਼ ਮੇਡ ਬਿਟਵੀਨ them, it is silent on the subject of board ਦੇ ਰਿਗਾਰਡਿੰਗਲੀ ਅਗਰ ਉਹ ਚੀਜ਼ ਸਾਇਲੈਂਟ ਆ, ਇਹ may not prove that board was included in the term verbally, ਕਿਉਂਕਿ ਇਹ ਜੋ ਡਾਕੂਮੈਂਟ ਆ ਜਿਹਦੀ ਰਜਿਸਟ੍ਰੇਸ਼ਨ ਜ਼ਰੂਰੀ ਸੀ, ਅਗਰ ਉਹ ਚੀਜ਼ ਦੇ ਨਾਲ ਉਹ ਐਗਰੀਮੈਂਟ ਹੋਇਆ ਏ ਤੇ ਉੱਥੇ ਔਰਲ ਐਵੀਡੈਂਸ ਨਹੀਂ ਦਿੱਤੀ ਜਾ ਸਕਦੀ। ਉਸ ਤੋਂ ਬਾਅਦ ਪ੍ਰੋਵੀਜ਼ਨ ਨੰਬਰ ਅਸੀਂ 5 ਤੇ 6 ਇੱਕ ਵਾਰ ਪੜ੍ਹਦੇ ਹਾਂ। ਐਨੀ ਯੂਸੇਜ ਔਰ ਕਸਟਮ by which incident was any usage or custom by which incidents not expressly mentioned in any contract are usually annexed to the contract of data description may be proved। ਅਗਰ ਕਹਿਣ ਦਾ ਮਤਲਬ ਆ ਕੋਈ ਕੰਟਰੈਕਟ ਕੀਤਾ ਤਾਂ ਕੰਟਰੈਕਟ ਕਰਨ ਦੇ ਟਾਈਮ ਦੇ ਉੱਤੇ ਕੋਈ ਯੂਸੇजेस ਔਰ ਕਸਟਮ ਸੀ ਜਿਸ ਨੂੰ ਕੰਟਰੈਕਟ ਦੇ ਵਿੱਚ ਐਕਸਪ੍ਰੈਸਲੀ ਮੈਂਸ਼ਨ ਨਹੀਂ ਕੀਤਾ, ਪਰ ਜੋ ਨਾਰਮਲੀ ਉਸ ਕੰਟਰੈਕਟ ਦੇ ਵਿੱਚ ਅਨੈਕਸ ਹੁੰਦੀਆਂ ਨੇ, ਤਾਂ ਅਸੀਂ ਉਹਨਾਂ ਯੂਸੇजेस ਨੂੰ ਔਰ ਕਸਟਮ ਦੀ ਐਵੀਡੈਂਸ ਦੇ ਸਕਦੇ ਹਾਂ। ਫੋਰ ਐਗਜ਼ਾਮਪਲ ਦੇ ਤੌਰ ਦੇ ਉੱਤੇ ਆਪਾਂ ਕੋਈ ਮਾਰਕੀਟ ਦੇ ਵਿੱਚ ਅਗਰ ਕੋਈ ਕੰਟਰੈਕਟ ਕਰਦੇ ਆ ਤਾਂ ਸਿਮਿਲਰ ਟਾਈਪ ਦੇ ਕੰਟਰੈਕਟ ਜਿਹੜੇ ਕਿ ਬਾਕੀ ਦੁਕਾਨਦਾਰ ਕਰਦੇ, ਬਾਕੀ ਵਪਾਰੀ ਕਰਦੇ ਆ, ਜੋ ਕਿ ਉਹਦੇ ਵਿੱਚ ਕੋਈ ਯੂਸੇजेस ਔਰ ਕਸਟਮ ਜਿਹੜੇ ਕਿ ਪਰਫਾਰਮ ਕਰਨੇ ਪੈਂਦੇ ਆ ਦੋਨਾਂ ਪਾਰਟੀਆਂ ਦੇ ਦੁਆਰਾ, ਅਗਰ ਉਹਨੂੰ ਕੰਟਰੈਕਟ ਦੇ ਵਿੱਚ ਨਹੀਂ ਵੀ ਲਿਖਿਆ ਤੇ ਉਹਦੀ ਐਵੀਡੈਂਸ ਦਿੱਤੀ ਜਾ ਸਕਦੀ ਹੈ। provided that annexing of such incident would not be repugnant or too inconsistent with the express terms of the contract। ਪਰ ਇੱਕ ਗੱਲ ਬੜੀ ਇੰਪੋਰਟੈਂਟ ਆ, ਉਹ ਜਿਹੜੇ ਯੂਸੇजेस ਔਰ ਕਸਟਮ ਆ ਜਿਨ੍ਹਾਂ ਦੇ ਬਾਰੇ ਅਸੀਂ ਗੱਲ ਕਰਦੇ ਪਏ ਆ, ਉਹ ਮੇਨ ਟਰਮਸ ਆਫ ਦੀ ਕੰਟਰੈਕਟ ਦੇ ਖਿਲਾਫ ਨਹੀਂ ਹੋਣੀਆਂ ਚਾਹੀਦੀਆਂ। ਤੇ ਪ੍ਰੋਵੀਜ਼ਨ ਨੰਬਰ 6 ਦੇ ਵਿੱਚ ਕੀ ਕਿਹਾ, any fact may be proved which show in what manner the language of a document is related to existing fact। ਕੋਈ ਵੀ ਐਵੀਡੈਂਸ ਦਿੱਤੀ ਜਾ ਸਕਦੀ ਹੈ ਜਿਹਦੇ ਨਾਲ ਇਹ ਸਾਬਤ ਹੋਈਵੇ ਕਿ